हम ना सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जी। दोहरा श्री सतगुर हर राय ते, सुन बूझन प्रभात। होते बृद जे तिन बिखै, जानत भनियो बृतांत। वाहिगुरु जी का खालसा, वाहिगुरु जी की फतेह। परम सन्मान जो गुरु खालसा साध संगत जी, आप जी अत्यंत वਡਭਾਗੇ हो। गुरु की पवित्र पावन हजूरी च हाजरियां भर के अपने जीवन दियां कीमती घड़ियां नूं गुरु लेखे ला रहे हो। बहुत वड्डे भागां वाले हो। सतगुरु जी ने बड़ी किरपा बख्शिश करके सानू निवाजिया है। आओ सिख सतगुरु के प्यारे हो, गावो सच्ची बाणी। बाणी ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਪਵਿੱਤਰ ਗੁਰਬਾਣੀ ਦਾ ਪਾਠ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਆਓ ਹੁਣ ਸਤਿਗੁਰੂ ਜੀ ਦੀ ਪਵਿੱਤਰ ਕਥਾ ਨਾਲ ਜੁੜ ਜਾਈਏ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸਤਵੇਂ ਪਾਤਸ਼ਾਹ ਆਪਣੇ ਵੱਡੇ ਭਾਈ ਬਾਬਾ ਧੀਰਮਲ ਕੋਲ ਕੀਰਤਪੁਰ ਸਾਹਿਬ ਪਹੁੰਚੇ ਹਨ। ਮਾਤਾ ਨੱਤੀ ਜੀ ਨੇ ਬੇਨਤੀ ਕੀਤੀ ਸੀ ਕਿ ਆਪ ਜੀ ਇੱਕ ਵਾਰੀ ਆਪਣੇ ਭਾਈ ਨੂੰ ਜ਼ਰੂਰ ਮਿਲੋ। ਜਿਹੜਾ ਘਰ ਦੇ ਵਿੱਚ ਮਾੜਾ ਮੋਟਾ ਕੋਈ ਨਾਰਾਜ਼ਗੀ ਹੈ ਉਹ ਦੂਰ ਕਰਨ ਦਾ ਯਤਨ ਕਰੀਏ। ਅਤੇ ਮਹਾਰਾਜ ਆਪਣੀ ਮਾਤਾ ਜੀ ਦਾ ਵਚਨ ਮੰਨ ਕੇ ਕਰਤਾਰਪੁਰ ਸਾਹਿਬ ਜਲੰਧਰ ਗਏ ਹਨ, ਜਿੱਥੇ ਬਾਬਾ ਧੀਰਮਲ ਜੀ ਅੱਗੋਂ ਦੀ ਲੈਣ ਆਏ ਹਨ। ਬੜਾ ਸਵਾਗਤ ਕੀਤਾ ਹੈ ਅਤੇ ਮਹਾਰਾਜ ਜੀ ਨੇ ਦੀਵਾਨ ਸਜਾਇਆ। ਨਗਰ ਦੇ ਲੋਕ, ਕਰਤਾਰਪੁਰ ਵਾਸੀ ਲੋਕ ਮਹਾਰਾਜ ਨੂੰ ਮੱਥਾ ਟੇਕਣ ਆਏ ਹਨ। ਬੜੇ ਪ੍ਰੇਮ ਨਾਲ ਮਹਾਰਾਜ ਦੇ ਦਰਸ਼ਨ ਕੀਤੇ ਹਨ। ਸਤਿਗੁਰੂ ਹਰਿਰਾਏ ਸਾਹਿਬ ਜੀ ਉਹਨਾਂ ਬਜ਼ੁਰਗਾਂ ਨੂੰ ਬੇਨਤੀ ਕਰ ਰਹੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਹੁਕਮ ਲਾਇਆ। ਮਹਾਰਾਜ ਕਹਿਣ ਲੱਗੇ, ਸਾਨੂੰ ਤੁਸੀਂ ਉਹ ਸਮਾਂ ਦੱਸੋ ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇੱਥੇ ਆਏ ਸਨ। ਤਾਂ ਸਾਧ ਸੰਗਤ ਜੀ, ਨਗਰ ਨਿਵਾਸੀ ਸੰਗਤਾਂ ਮਹਾਰਾਜ ਨੂੰ ਉਹ ਪੁਰਾਣਾ ਇਤਿਹਾਸ ਸੁਣਾ ਰਹੀਆਂ ਨੇ। ਕਹਿ ਰਹੇ ਨੇ, ਮਹਾਰਾਜ ਆਪ ਜਾਣੀ ਜਾਣੋ, ਆਪ ਜੀ ਤਾਂ ਕੁਛ ਵੀ ਲੁਕਿਆ ਛਿਪਿਆ ਨਹੀਂ ਹੈ, ਪਰ ਆਪ ਜੀ ਨੇ ਪੁੱਛਿਆ ਹੈ ਤਾਂ ਦੱਸਣਾ ਸਾਡਾ ਫਰਜ਼ ਹੈ। ਬੜੀ ਨਿਮਰਤਾ ਨਾਲ ਸਿੱਖ ਕਰਤਾਰਪੁਰ ਦਾ ਪੂਰਬਲਾ ਇਤਿਹਾਸ ਦੱਸਦੇ ਨੇ। ਪ੍ਰੇਮ ਨਾਲ ਸੁਣੀਏ, ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। श्री सतगुर हर राय ते, ਗੁਰੂ ਹਰਿਰਾਏ ਸਾਹਿਬ ਜੀ ਸਤਵੇਂ ਪਾਤਸ਼ਾਹ ਮਹਾਰਾਜ ਜੀ ਤੋਂ सुन बूझन प्रभात। ਜਦੋਂ ਮਹਾਰਾਜ ਨੇ ਨਗਰ ਦੀ ਗੱਲਬਾਤ ਪੁੱਛੀ ਹੈ ਸੁਣ ਕੇ, ਫਤਿਹ ਬ੍ਰਿਧ ਜੇ ਤਿਨ ਬਿਖੈ। ਜਿਹੜੇ ਬਜ਼ੁਰਗ ਸਨ ਜਿਨ੍ਹਾਂ ਨੇ ਉਹ ਸਮਾਂ ਵੇਖਿਆ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਜਾਣਤ ਭਨਿਓ ਬ੍ਰਿਤਾਂਤ। ਜੋ ਜਾਣਦੇ ਸਨ, ਜਿਨ੍ਹਾਂ ਨੇ ਆਪਣੀ ਬਚਪਨ ਜਾਂ ਜਵਾਨੀ ਵਿੱਚ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਸਨ, ਉਹਨਾਂ ਨੇ ਸਾਰੀ ਵਾਰਤਾ ਸੁਣਾਈ ਹੈ। श्री सतगुर तुम सबके स्वामी। ਹੇ ਸੱਚੇ ਪਾਤਸ਼ਾਹ ਜੀ, ਹੇ ਸਤਿਗੁਰੂ ਮਹਾਰਾਜ ਜੀ, ਆਪ ਸਾਰਿਆਂ ਦੇ ਸੁਆਮੀ ਮਾਲਕ ਹੋ। ਭੂਤ ਭਵਿੱਖਿਅਤ ਅੰਤਰਜਾਮੀ। ਆਪ ਜੀ ਭੂਤ ਬੀਤ ਚੁੱਕੇ ਸਮੇਂ ਦੀ ਔਰ ਆਉਣ ਵਾਲੇ ਸਮੇਂ ਦੀ ਸਾਰੀ ਗੱਲ ਨੂੰ ਜਾਣਦੇ ਹੋ। ਹਮ ਅਲਪਗਿਆ ਕਹਾ ਕੁਛ ਕਹਾ। ਅਸੀਂ ਥੋੜੀ ਬੁੱਧੀ ਵਾਲੇ ਹਾਂ, ਅਲਪ ਗਿਆਨ ਹੈ ਸਾਡਾ, ਅਸੀਂ ਕੀ ਕਹਿ ਸਕਦੇ ਹਾਂ। ਤਉ ਆਪ ਕੀ ਆਇਸ ਅਹੈ। ਫਿਰ ਵੀ ਮਹਾਰਾਜ ਆਪ ਜੀ ਦੀ ਆਗਿਆ ਹੈ, ਆਪ ਜੀ ਦਾ ਹੁਕਮ ਹੈ, ਇਸ ਕਰਕੇ ਬੇਨਤੀ ਕਰਦੇ ਹਾਂ। ਜਾਂ ਤੇ ਜਿਮ ਦੇਖਿਓ ਹਮ ਤਬੈ। ਅਸੀਂ ਜਿਵੇਂ ਵੇਖਿਆ ਸੀ ਉਦਾਂ ਹੀ ਦੱਸਦੇ ਹਾਂ। ਰਾਵਰ ਨਿਕਟ ਬਖਾਨੈ ਸਬੈ। ਉਹ ਸਾਰੀ ਵਾਰਤਾ ਆਪ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। ਸਤਿਗੁਰੂ ਜੀ ਸਹਿਜ ਸੁਭਾਇਕ ਸ੍ਰੀ ਗੁਰ ਅਰਜਨ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਇੱਕ ਵਾਰੀ ਆਪਣੀ ਮੌਜ ਵਿੱਚ ਹੀ ਸਹਿਜ ਸੁਭਾਵਕ ਹੀ ਗਮਨ ਸਦਾਸਰ ਤੇ ਗਿਨ ਕਰ ਮਨ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਹਨ। ਕੇਤਕ ਸਿੱਖ ਸੰਗ ਲੈ ਚਾਲੇ। ਕੁਝ ਨਾਲ ਪ੍ਰੇਮੀ ਸਿੱਖਾਂ ਨੂੰ ਲੈ ਕੇ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਾਹਿਬ ਤੋਂ ਚਾਲਾ ਪਾਇਆ। ਤਿਆਗਿਓ ਮਾਝਾ ਦੇਸ਼ ਵਿਸਾਲੇ। ਔਰ ਮਾਝਾ ਦੇਸ਼ ਛੱਡ ਕੇ ਗੋਇੰਦਵਾਲ ਬਸੇ ਤਿੰਨ ਚਾਰ। ਗੋਇੰਦਵਾਲ ਸਾਹਿਬ ਆ ਗਏ ਆਪਣੇ ਨਾਨਕੇ ਪਰਿਵਾਰ ਵਿੱਚ।
ਤੇ ਗੋਇੰਦਵਾਲ ਸਾਹਿਬ ਗੁਰੂ ਅਰਜਨ ਦੇਵ ਜੀ ਆਪਣੇ ਮਾਮਾ ਮੋਹਰੀ ਜੀ ਮਾਮਾ ਮੋਹਨ ਜੀ ਦੇ ਕੋਲ ਲਗਭਗ 4 ਕੁ ਦਿਨ ਰਹੇ ਸਨ। ਮਿਲ ਕਰ ਭਲਿਆਨ ਕੁਲ ਪਰਿਵਾਰ, ਆਪਣੇ ਨਾਨਕੇ ਪਰਿਵਾਰ ਨੂੰ ਭੱਲਿਆਂ ਦੀ ਕੁਲ ਨੂੰ ਸਾਰਿਆਂ ਨੂੰ ਮਿਲ ਕੇ ਜਥਾ ਜੋਗ ਸਾਦਰ ਮਿਲ ਕਰਕੇ, ਯਥਾ ਯੋਗ ਸਾਰਿਆਂ ਨਾਲ ਪ੍ਰੇਮ ਦੀ ਵਾਰਤਾ ਕਰਕੇ ਸਾਰਿਆਂ ਦਾ ਹਾਲ ਚਾਲ ਪੁੱਛਿਆ। ਬੌਲੀ ਸਾਹਿਬ ਦੇ ਦਰਸ਼ਨ ਇਸ਼ਨਾਨ ਕੀਤੇ, ਚੁਬਾਰਾ ਸਾਹਿਬ ਦੇ ਦਰਸ਼ਨ ਕੀਤੇ। 4 ਕੁ ਦਿਨ ਮਹਾਰਾਜ ਜੀ ਗੋਇੰਦਵਾਲ ਸਾਹਿਬ, ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਜਨਮ ਸਥਾਨ ਵੀ ਸ੍ਰੀ ਗੋਇੰਦਵਾਲ ਸਾਹਿਬ ਹੀ ਹੈ ਔਰ ਮਹਾਰਾਜ ਦੇ ਨਾਨਕਾ ਪਰਿਵਾਰ ਹੈ। ਉੱਥੇ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਜੋ ਸਿੱਖੀ ਦਾ ਧੁਰਾ ਹੈ, 4 ਕੁ ਦਿਨ ਮਹਾਰਾਜ ਉੱਥੇ ਰਹੇ ਹਨ। ਨਦੀ ਪਿਪਾਸਾ ਪਾਰ ਉਤਰ ਕੇ, ਬਿਆਸਾ ਨਦੀ ਤੋਂ ਪਾਰ ਉਤਰ ਕੇ, ਸ਼ਕਰ ਗੰਗ ਜਹ ਕੂਪ ਬਨਾਇਓ, ਜਿੱਥੇ ਸ਼ੱਕਰ ਗੰਗ ਖੂਹ ਹੈ, ਜਿਸ ਨੂੰ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਗੰਗਸਰ ਜਾਂ ਸ਼ੱਕਰ ਗੰਗ ਦਾ ਨਾਮ ਦਿੱਤਾ। ਕਹਿੰਦੇ ਸ਼ੱਕਰ ਵਰਗਾ ਮਿੱਠਾ ਪਾਣੀ ਹੈ ਇਹਦਾ। ਕਰਤਾਰਪੁਰ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਇਹ ਗੁਰਦੁਆਰਾ ਮੌਜੂਦ ਹੈ, ਖੂਹ ਵੀ ਮੌਜੂਦ ਹੈ ਤੇ ਗੁਰਦੁਆਰਾ ਗੰਗਸਰ ਵੀ ਮੌਜੂਦ ਹੈ। ਇਹ ਜਿਹੜਾ ਪਾਵਨ ਪਵਿੱਤਰ ਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦਾ ਹੈ। ਇਹਾਂ ਆਨ ਉਤਰੇ ਸੁਖ ਪਾਇਓ, ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਆ ਬਿਰਾਜੇ। ਇੱਥੇ ਖੁੱਲੀ ਥਾਂ ਦੇ ਉੱਤੇ ਡੇਰਾ ਲਾਇਆ, ਖੂਹ ਬਣਾਇਆ ਇੱਥੇ। ਉਤੋ ਤਰੋਵਰ ਸੰਗਨੀ ਛਾਇਆ, ਉਦੋਂ ਇੱਥੇ ਦਰਖਤਾਂ ਦੀ ਛਾਂ ਬੜੀ ਸੰਘਣੀ ਸੀ। ਦਰਖਤਾਂ ਦੀ ਛਾਂ ਵਿੱਚ ਆਸਣ ਲਾਏ ਗੁਰੂ ਜੀ ਨੇ। ਡੇਰਾ ਕਰਿਓ ਭਲੇ ਮਨ ਭਾਇਆ, ਇੱਥੇ ਕਰਤਾਰਪੁਰ ਸਾਹਿਬ ਮਹਾਰਾਜ ਨੇ ਡੇਰਾ ਕੀਤਾ ਹੈ। ਬਿਪਰ ਮਲਕ ਜਾਤੀ ਮਤਵਾਨ, ਮਹਾਰਾਜ ਦੇ ਨਾਲ ਪੰਡਿਤ ਜਾਤੀ ਮਲਕ ਜੀ ਜੋ ਬੜੇ ਹੀ ਸਿਆਣੇ ਸਨ, ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੇ ਵਿੱਚ ਸੈਨਾਪਤੀ ਵੀ ਰਹੇ ਹਨ। ਇਹ ਗੁਰੂ ਅਰਜਨ ਦੇਵ ਜੀ ਦੇ ਨਾਲ ਆਏ ਸਨ। ਸਾਥ ਸੰਘੇੜਾ ਜੇਠਾ ਆਨ, ਇਹ ਨਾਲ ਭਾਈ ਜੇਠਾ ਜੀ ਤੇ ਭਾਈ ਸੰਘੇੜਾ ਜੀ ਵੀ ਸਨ। ਅਮੀਆਂ ਹੇਹਰ ਰਾਹਕ ਪਾਸ, ਭਾਈ ਅਮੀਆਂ ਤੇ ਭਾਈ ਹੇਹਰ ਇਹ ਜ਼ਿਮੀਦਾਰ ਸਿੱਖ ਸਨ ਗੁਰੂ ਜੀ ਦੇ ਨਾਲ। ਮੋਹਰੂ ਰਿੰਦਾਵਾ ਗੁਰਦਾਸ, ਭਾਈ ਮੋਹਰੂ ਰੰਧਾਵਾ ਸੀ ਤੇ ਭਾਈ ਗੁਰਦਾਸ ਜੀ ਨਾਲ ਸਨ। ਉਦਾ ਦਾਊ ਦੋਏ ਰਹੀ ਕੇ, ਤੇ ਹਰੀਕੇ ਨਗਰ ਦੇ ਰਹਿਣ ਵਾਲੇ ਊਦਾ ਤੇ ਦਾਊ ਵੀ ਸਿੱਖ ਸਨ ਗੁਰੂ ਜੀ ਦੇ ਨਾਲ। ਇਤਿਆਦਿਕ ਸਿੱਖ ਸੰਗ ਗੁਰੂ ਕੇ, ਇਤਿਆਦਿਕ ਮਹਾਨ ਸਿੱਖ ਬੰਦਗੀ ਵਾਲੇ ਨਾਮ ਰਸੀਏ ਗੁਰੂ ਅਰਜਨ ਦੇਵ ਜੀ ਦੇ ਨਾਲ ਇੱਥੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਚਰਨ ਪਾਉਣ ਵਾਸਤੇ ਆਏ ਸਨ। ਬਸਹ ਗ੍ਰਾਮ ਲਗ ਤਬ ਇਸ ਥਾਏ, ਉਦੋਂ ਇਸ ਜਗ੍ਹਾ ਤੇ ਛੋਟਾ ਜਿਹਾ ਇੱਕ ਪਿੰਡ ਵਸਦਾ ਸੀ। ਥੋੜੇ ਜਿਹੇ ਜ਼ਿਮੀਦਾਰਾਂ ਦੇ ਜੱਟਾਂ ਦੇ ਘਰ ਸਨ। ਰਾਹਕ ਕੇਤਕ ਸਦਨ ਬਨਾਏ, ਜ਼ਿਮੀਦਾਰਾਂ ਨੇ ਆਪਣੇ ਕੱਚੇ ਘਰ ਬਣਾਏ ਹੋਏ ਸਨ ਤੇ ਮਾੜੀ ਮੋਟੀ ਖੇਤੀਬਾੜੀ ਕਰਕੇ ਜ਼ਿਮੀਦਾਰ ਲੋਕ ਆਪਣਾ ਗੁਜ਼ਾਰਾ ਚਲਾਉਂਦੇ ਸਨ। ਸੱਦੂ ਬੂੜਾ ਅਰ ਪੀਰਾਣਾ, ਉਹਨਾਂ ਜ਼ਿਮੀਦਾਰਾਂ ਦੇ ਨਾਂ ਕੁਝ ਬੁੱਢਿਆਂ ਦੇ ਹਨ। ਭਾਈ ਸੱਦੂ, ਭਾਈ ਬੂੜਾ ਤੇ ਭਾਈ ਪਿਰਾਣਾ ਇੱਥੋਂ ਦੇ ਰਹਿਣ ਵਾਲੇ ਸਨ। ਇਤਿਆਦਿਕ ਤਿੰਨ ਨਾਮ ਬਖਾਣਾ, ਇਸ ਤਰ੍ਹਾਂ ਦੇ ਕੁਝ ਨਾਮ ਯਾਦ ਹਨ ਜਿਹੜੇ ਇਸ ਪਿੰਡ 'ਚ ਖੇਤੀ ਕਰਿਆ ਕਰਦੇ ਸਨ ਕਰਤਾਰਪੁਰ ਸਾਹਿਬ ਵਸਣ ਤੋਂ ਪਹਿਲਾਂ। ਸਭਹਿਨ ਕੋ ਸਤਿਗੁਰੂ ਹਕਾਰਾ, ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਪਿੰਡ ਦੇ ਮੁਖੀ ਬੰਦਿਆਂ ਨੂੰ, ਬਜ਼ੁਰਗਾਂ ਨੂੰ, ਪੰਚਾਇਤ ਨੂੰ ਬੁਲਾਇਆ। ਸੁਨ ਆਏ ਕੁਛ ਲੈ ਉਪਹਾਰਾ, ਪਿੰਡ ਵਾਲਿਆਂ ਨੂੰ ਪਤਾ ਲੱਗਾ ਵੀ ਗੁਰੂ ਅਰਜਨ ਦੇਵ ਜੀ ਆਏ ਨੇ ਤੇ ਘਰਾਂ ਵਿੱਚੋਂ ਕੁਝ ਨਾ ਭੇਟਾ ਲੈ ਕੇ, ਜਿਵੇਂ ਕੋਈ ਗੁੜ ਦੀ ਭੇਲੀ, ਕੋਈ ਸ਼ੱਕਰ, ਕੋਈ ਮਾੜਾ ਮੋਟਾ ਕੱਪੜਾ, ਖੇਸ ਥਾਨ ਵਗੈਰਾ ਲੈ ਕੇ, ਥੋੜੀ ਬਾੜੀ ਮਾਇਆ ਜਿੰਨੀ ਗਰੀਬੀ ਦਾਵੇ ਦੀ ਸੀ, ਆ ਕੇ ਗੁਰੂ ਅਰਜਨ ਦੇਵ ਜੀ ਨੂੰ ਜ਼ਿਮੀਦਾਰਾਂ ਨੇ ਮੱਥਾ ਟੇਕਿਆ। ਕਰ ਕਰ ਬੰਧਨ ਬੈਠੇ ਪਾਸ, ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਚਰਨਾਂ 'ਚ ਬੈਠ ਗਏ। ਦਰਸ਼ਨ ਕਰਤ ਭਏ ਸੁਖਰਾਸ, ਔਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ। ਤਿਨ ਕੀ ਦਿਸ਼ਾ ਦੇਖ ਗੋਸਾਈ, ਗੁਰੂ ਸਾਹਿਬ ਜੀ ਨੇ ਉਹਨਾਂ ਜ਼ਿਮੀਦਾਰਾਂ ਵੱਲ ਵੇਖਿਆ ਤੇ ਮਹਾਰਾਜ ਉਹਨਾਂ ਵੱਲ ਵੇਖ ਕੇ ਪੁਰਬ ਸਾਹਿਬੇ ਹੇਤ ਅਲਾਈ, ਆਪਣੀ ਰਸਨਾ ਤੋਂ ਇਸ ਤਰ੍ਹਾਂ ਦੇ ਬਚਨ ਕਹੇ ਹਨ। ਦੀਜਹ ਜਾਚੀ ਹਮਕੋ ਅਵਨੀ, ਮਹਾਰਾਜ ਕਹਿੰਦੇ ਸਾਨੂੰ ਮੰਗੀ ਹੋਈ ਜ਼ਮੀਨ ਦੇ ਦਿਓ ਭਾਈ, ਤੁਹਾਡੇ ਕੋਲੋਂ ਅਸੀਂ ਥੋੜੀ ਜ਼ਮੀਨ ਚਾਹੁੰਦੇ ਹਾਂ।
ਜੇ ਸਾਨੂੰ ਮੰਗਵੀਂ ਜ਼ਮੀਨ ਦੇ ਦਿਓ ਥੋੜੀ ਜੀ, ਕਰੈ ਬਸਾਵਨ ਨਗਰੀ ਰਵਨੀ। ਇੱਥੇ ਅਸੀਂ ਬੜੀ ਸੋਹਣੀ ਨਗਰੀ ਵਸਾਵਾਂਗੇ, ਪਿੰਡ ਵਸਾਵਾਂਗੇ, ਸੋਹਣਾ ਨਗਰ ਵਸਾਵਾਂਗੇ। ਸਭ ਸੁਖ ਪ੍ਰਾਪਤ ਹੋਏ ਤੁਮਾਰੇ। ਔਰ ਤੁਹਾਨੂੰ ਵੀ ਇੱਥੋਂ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਇਹ ਗੁਰੂ ਕੀ ਨਗਰੀ ਵਸੇਗੀ ਸ੍ਰੀ ਕਰਤਾਰਪੁਰ ਸਾਹਿਬ। ਗੁਰੂ ਅਰਜਨ ਦੇਵ ਜੀ ਕਹਿੰਦੇ ਤੁਹਾਨੂੰ ਸਾਰੇ ਸੁੱਖ ਇੱਥੋਂ ਪ੍ਰਾਪਤ ਹੋਣਗੇ, ਬੜੀਆਂ ਬਖਸ਼ਿਸ਼ਾਂ ਮਿਲਣਗੀਆਂ। ਗੁਰ ਪਰ ਬਸ ਹੈ ਬਦ ਹੈ ਵਿਵਹਾਰੇ। ਇਹ ਗੁਰੂ ਦੀ ਨਗਰੀ ਵਸ ਜਾਏਗੀ, ਇੱਥੇ ਕਾਰੋਬਾਰ ਵੀ ਬੜਾ ਚੱਲੇਗਾ, ਵਾਧਾ ਹੋਵੇਗਾ। ਬਹੁ ਜਨ ਪਰ ਉਪਕਾਰ ਤੁਹਾਰਾ। ਬਹੁਤ ਲੋਕਾਂ ਦੇ ਉੱਤੇ ਤੁਹਾਡਾ ਪਰਉਪਕਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡਾ ਉਪਕਾਰ ਸਾਰੇ ਲੋਕਾਂ ਤੇ ਹੋਵੇਗਾ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਿੱਖੋ, ਇੱਥੇ ਨਗਰ ਵਸੇਗਾ, ਤੁਹਾਡਾ ਵੀ ਯੋਗਦਾਨ ਪਵੇਗਾ ਤੇ ਇਹ ਨਗਰੀ ਬੜੀ ਸੋਹਣੀ ਬਣਾਵਾਂਗੇ। ਅਰ ਸਫਲ ਹੈ ਗੁਰ ਸੇਵ ਉਦਾਰਾ। ਨਾਲੇ ਗੁਰੂ ਘਰ ਦੀ ਸੇਵਾ ਦਾ ਤੁਹਾਨੂੰ ਫਲ ਮਿਲੇਗਾ ਤੇ ਤੁਸੀਂ ਭਾਈ ਇਹ ਨਗਰ ਵਾਸਤੇ ਸਾਨੂੰ ਜ਼ਮੀਨ ਦੇ ਦਿਓ। ਰਾਹਕ ਸੁਨਹਿਤ ਰਾਹ ਦੋਏ ਤਿਨ ਕੀ। ਸਾਧ ਸੰਗਤ ਜੀ, ਜਦੋਂ ਜ਼ਿਮੀਂਦਾਰਾਂ ਨੇ ਗੁਰੂ ਸਾਹਿਬ ਦੇ ਬਚਨ ਸੁਣੇ, ਕਰਤਾਰਪੁਰ ਵਾਲਿਆਂ ਨੇ, ਉਹਨਾਂ ਦੀਆਂ ਦੋ ਧਿਰਾਂ ਸਨ। ਇਹ ਪਿੰਡਾਂ 'ਚ ਪਾਰਟੀ ਬਾਜੀ ਜਿਹੜੀ ਬੜੀ ਪੁਰਾਣੀ ਚਲੀ ਆਉਂਦੀ ਹੈ, ਖਹਿਬਾਜੀ, ਇੱਕ ਦੂਜੀ ਨਾਲ ਈਰਖਾ ਕਰਨੀ। ਸੋ ਪਿੰਡ ਦੇ ਵਿੱਚ ਦੋ ਪਾਰਟੀਆਂ ਸਨ, ਦੋ ਧਿਰਾਂ ਸਨ ਉਹਨਾਂ ਦੀਆਂ। ਇੱਕ ਤਾਂ ਹੋਏ ਅਨੁਸਾਰ ਬਚਨ ਕੀ। ਇੱਕ ਨੇ ਤੇ ਬਚਨ ਮੰਨ ਲਿਆ, ਇੱਕ ਪਾਰਟੀ ਕਹਿਣ ਲੱਗੀ ਠੀਕ ਹੈ ਮਹਾਰਾਜ, ਅਸੀਂ ਜ਼ਮੀਨ ਦੇ ਦਿਆਂਗੇ, ਤੁਸੀਂ ਨਗਰ ਵਸਾ ਲਓ। ਹੱਥ ਜੋੜ ਕਰ ਬਿਨੈ ਸੁਨਾਈ। ਉਹਨਾਂ ਨੇ ਇੱਕ ਧਿਰ ਵਾਲਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸ਼੍ਰੀ ਗੁਰ ਸਭ ਰਾਵਰ ਕੀ ਥਾਈ। ਇਹ ਮਹਾਰਾਜ ਸਾਰੀ ਧਰਤੀ ਤੁਹਾਡੀ ਹੈ, ਕਬੀਰ ਧਰਤੀ ਸਾਧ ਕੀ। ਇਹ ਧਰਤੀ ਹੈ ਤਾਂ ਸਾਧੂਆਂ ਵਾਸਤੇ, ਬੰਦਗੀ ਕਰਨ ਵਾਸਤੇ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਸਾਰੀ ਧਰਤੀ ਧਰਮਸਾਲਾ ਬਣਾਈ ਗੁਰੂ ਨਾਨਕ ਨੇ। ਇੱਥੇ ਰਹਿ ਕੇ ਬੰਦਾ ਨਾਮ ਜਪੇ, ਭਗਤੀ ਕਰੇ, ਪ੍ਰਮਾਤਮਾ ਨੂੰ ਮਿਲੇ। ਪਰ ਲੋਕ ਕਬਜ਼ਾ ਕਰ ਲੈਂਦੇ ਆ, ਮੇਰੀ ਹੈ, ਮੇਰੀ ਹੈ, ਮੇਰੀ ਹੈ। ਬਣੀ ਹੈ ਕਿਸੇ ਦੀ ਵੀ ਨਹੀਂ, ਨਾਲ ਇਹਨੂੰ ਕੋਈ ਵੀ ਨਹੀਂ ਲੈ ਕੇ ਗਿਆ। ਤਾਂ ਕਹਿੰਦੇ ਸਾਰੀ ਧਰਤੀ ਤੇ ਗੁਰੂ ਜੀ ਤੁਹਾਡੀ ਹੈ, ਅਸੀਂ ਤਾਂ ਇੱਥੇ ਪ੍ਰਾਹੁਣੇ ਰਹਿ ਰਹੇ ਹਾਂ ਦੁਨੀਆ ਦੇ ਵਿੱਚ। ਨਗਰ ਵਸਾਏ ਪਾਲਣਾ ਕਰੀਆ ਹੈ। ਮਹਾਰਾਜ ਕਿਰਪਾ ਕਰੋ, ਇੱਥੇ ਤੁਸੀਂ ਸੋਹਣਾ ਨਗਰ ਵਸਾਓ, ਨਾਲੇ ਸਾਡੀ ਪਾਲਣਾ ਕਰੋ। ਸਾਨੂੰ ਖੁਸ਼ੀ ਹੋਵੇਗੀ ਵੀ ਤੁਸੀਂ ਸਾਡੇ ਕੋਲ ਆ ਗਏ ਹੋ। ਇਹੋ ਜਿਹੇ ਗੁਰੂ, ਇਹੋ ਜਿਹੇ ਮਹਾਂਪੁਰਸ਼ ਜਿੱਥੇ ਜਾ ਕੇ ਚਰਨ ਪਾ ਦਿੰਦੇ ਨੇ, ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ ਹੈ। ਸੋ ਮਹਾਰਾਜ ਤੁਸੀਂ ਇੱਥੇ ਨਗਰ ਵਸਾਓ, ਪਾਲਣਾ ਕਰੋ ਸਾਡੀ। ਆਪ ਬਾਸ ਕਰ ਦਾਸ ਉਦਰੀਆ ਹੈ। ਇੱਥੇ ਵਸੋ ਤੇ ਮਹਾਰਾਜ ਆਪਣੇ ਦਾਸਾਂ ਨੂੰ, ਆਪਣੇ ਸੇਵਕਾਂ ਨੂੰ ਤਾਰੋ, ਸੰਗਤਾਂ ਨੂੰ ਤਾਰੋ। ਕਿਉਂਕਿ ਮਾਝੇ ਵਿੱਚ ਤਾਂ ਸਿੱਖੀ ਦੇ ਬੜੇ ਕੇਂਦਰ ਬਣ ਗਏ ਸਨ। ਅੰਮ੍ਰਿਤਸਰ ਸਾਹਿਬ ਬਣ ਗਿਆ, ਤਰਨਤਾਰਨ ਸਾਹਿਬ, ਖੰਡੂਰ ਸਾਹਿਬ, ਗੋਇੰਦਵਾਲ ਸਾਹਿਬ, ਇੱਦਾਂ ਹੋਰ ਵੀ ਕਈ ਨਗਰਾਂ 'ਚ ਮਹਾਰਾਜ ਨੇ ਗੁਰਦੁਆਰੇ ਮਾਝੇ 'ਚ ਬਣਾਤੇ ਸੀ। ਦੁਆਬੇ 'ਚ ਅਜੇ ਲੋੜ ਸੀਗੀ। ਜਲੰਧਰ ਦੇ ਇਲਾਕੇ ਵਿੱਚ, ਦੁਆਬੇ ਦੇਸ਼ ਦੇ ਵਿੱਚ, ਇੱਥੇ ਸਾਧ ਸੰਗਤ ਜੀ ਸਿੱਖੀ ਦਾ ਕੇਂਦਰ ਪਹਿਲੀ ਵਾਰ ਬਣਾਉਣ ਲੱਗੇ ਮਹਾਰਾਜ ਪੰਜਵੇਂ ਪਾਤਸ਼ਾਹ। ਸਤਿਗੁਰੂ ਕਹਿੰਦੇ ਭਾਈ ਇੱਥੇ ਨਗਰ ਵਸਾਣਾ, ਜਗ੍ਹਾ ਦਿਓ। ਤੇ ਪਿੰਡ ਵਾਲੇ ਕਹਿੰਦੇ ਮਹਾਰਾਜ ਲਓ ਜਗ੍ਹਾ, ਤੁਹਾਡੀ ਹੈ ਜਗ੍ਹਾ ਸਾਰੀ, ਤੁਸੀਂ ਨਗਰ ਵਸਾਵੋ। ਦਰਸ਼ਨ ਦਰਸਹ ਅਨੰਦ ਹਮੇਸ਼ਾ। ਨਾਲੇ ਅਸੀਂ ਤੁਹਾਡੇ ਦਰਸ਼ਨ ਕਰਿਆ ਕਰਾਂਗੇ, ਤੁਹਾਡੀ ਬਾਣੀ ਸੁਣਿਆ ਕਰਾਂਗੇ, ਕਥਾ ਕੀਰਤਨ ਸੁਣਿਆ ਕਰਾਂਗੇ, ਸਾਡੇ ਭਾਗ ਜਾਗਣਗੇ। ਹਮ ਤੇ ਅਪਰਨ ਭਾਗ ਵਿਸ਼ੇਸ਼ਾ। ਸਾਡੇ ਤੋਂ ਚੰਗੇ ਭਾਗ ਕਿਸ ਦੇ ਹੋ ਸਕਦੇ ਨੇ ਗੁਰੂ ਜੀ। ਸਾਡੇ ਭਾਗ ਚੰਗੇ ਵੀ ਤਾਂ ਸਾਨੂੰ ਮਹਾਰਾਜ ਤੁਹਾਡੇ ਦਰਸ਼ਨ ਹੋਣਗੇ। ਸੁਣ ਕਰ ਸਤਿਗੁਰ ਪਏ ਪ੍ਰਸੰਨ। ਸੁਣ ਕੇ ਮਹਾਰਾਜ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਬੇਨਤੀ ਮੰਨ ਕੇ ਬੜੇ ਖੁਸ਼ ਹੋਏ। ਉਹਨਾਂ ਦੀ ਬੇਨਤੀ ਸੁਣ ਕੇ ਮਹਾਰਾਜ ਬਹੁਤ ਪ੍ਰਸੰਨ ਹੋਏ। ਜਦੋਂ ਉਹਨਾਂ ਨੇ ਕਿਹਾ ਨਾ ਮਹਾਰਾਜ ਜ਼ਮੀਨ ਤਾਂ ਤੁਹਾਡੀ ਹੈ ਤੇ ਤੁਹਾਡਾ ਹੀ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਸਾਰੀ ਜ਼ਮੀਨ ਮਹਾਰਾਜ ਤੁਹਾਡੀ ਹੈ। ਇੱਦਾਂ ਜਦੋਂ ਉਹਨਾਂ ਨੇ ਪ੍ਰੇਮ ਨਾਲ ਬਚਨ ਕੀਤਾ, ਮਹਾਰਾਜ ਸੁਣ ਕੇ ਬੜੇ ਖੁਸ਼ ਹੋਏ, ਪ੍ਰਸੰਨ ਹੋਏ। ਖੁਸ਼ੀ ਕਰੀ ਕਹਿ ਮ੍ਰਿਦੁਲ ਬਚਨ। ਤੇ ਮਹਾਰਾਜ ਉਹਨਾਂ ਉੱਤੇ ਖੁਸ਼ੀ ਕੀਤੀ, ਬਖਸ਼ਿਸ਼ ਕੀਤੀ, ਕੋਮਲ ਬਚਨ ਬੋਲੇ ਹਨ। ਦੂਸਰ ਧਿਰ ਕੋ ਬੁਝਿਓ ਜਬੈ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਜੀ ਧਿਰ ਨੂੰ ਪੁੱਛਿਆ, ਕਿਉਂਕਿ ਦੂਜੀ ਧਿਰ ਵਾਲੇ ਵੀ ਆਏ ਬੈਠੇ ਸਨ,
ਸ਼ਰਧਾਹੀਨ ਕਹਿਤ ਭਾਤਬੈ। ਉਹ ਜਿਹੜੇ ਸੀ ਉਹ ਸ਼ਰਧਾ ਤੋਂ ਹੀਣੇ ਸੀਗੇ, ਉਹਨਾਂ ਨੂੰ ਕੋਈ ਗੁਰੂ ਨਾਲ ਪ੍ਰੇਮ ਨਹੀਂ ਸੀ, ਬਾਣੀ ਨਾਲ ਪ੍ਰੇਮ ਨਹੀਂ ਸੀ, ਸ਼ਰਧਾ ਭਾਵਨਾ ਨਹੀਂ ਸੀ, ਨਾਸਤਕ ਜੇ ਬੰਦੇ ਸਨ। ਉਹ ਇਦਾਂ ਬੋਲੇ, ਹਮਰੇ ਮਾਨਵ ਆਹ ਕਨੇਰੇ। ਕਹਿਣ ਲੱਗੇ ਜੀ ਸਾਡੇ ਬੰਦੇ ਜ਼ਿਆਦਾ ਹਨ, ਸਾਡੇ ਪਰਿਵਾਰ ਜ਼ਿਆਦਾ ਹਨ, ਅਵਨੀ ਅਲਪਨਾ ਮੇ ਵਹ ਹੇਰੇ। ਜ਼ਮੀਨ ਥੋੜੀ ਹੈ, ਇਸ ਕਰਕੇ ਅਸੀਂ ਜ਼ਮੀਨ ਨਹੀਂ ਦੇ ਸਕਦੇ। ਸਾਡੇ ਬੰਦੇ ਮੇਮਦੇ ਨਹੀਂ ਥੋੜੀ ਜ਼ਮੀਨ ਵਿੱਚ। ਸਾਡੇ ਬੱਚੇ ਕੀ ਖਾਣਗੇ, ਅਸੀਂ ਕੀ ਖਾਵਾਂਗੇ ਜੇ ਜ਼ਮੀਨ ਤੁਹਾਨੂੰ ਦੇਤੀ ਗੁਰੂ ਜੀ? ਸਾਡਾ ਗੁਜ਼ਾਰਾ ਕਿੱਥੋਂ ਚੱਲੇਗਾ? ਇਸ ਕਰਕੇ ਅਸੀਂ ਤੁਹਾਨੂੰ ਜ਼ਮੀਨ ਨਹੀਂ ਦੇ ਸਕਦੇ। ਜਾਂ ਤੇ ਦਈ ਨਾ ਜਾਏ ਹਮ ਹੋਤੇ। ਇਸ ਕਰਕੇ ਸਾਡੇ ਕੋਲ ਤਾਂ ਮਹਾਰਾਜ ਸਾਡੇ ਦਾ ਹੱਥ ਖੜੇ ਆ ਵੀ ਅਸੀਂ ਤਾਂ ਜ਼ਮੀਨ ਕੋਈ ਨਹੀਂ ਦੇਣੀ। ਇੱਕ ਪਾਰਟੀ ਵਾਲੇ ਕਹਿੰਦੇ ਮਹਾਰਾਜ ਤੁਹਾਡੀ ਹੈ ਸਾਰੀ ਲੈ ਲਓ, ਦੂਜੀ ਪਾਰਟੀ ਵਾਲੇ, ਕਿਉਂਕਿ ਖੁੰਦਕਬਾਜੀ ਬੜੀ ਮਾੜੀ ਚੀਜ਼ ਹੈ। ਇਹ ਸਾਧ ਸੰਗਤ ਜੀ ਗੁਰਦੁਆਰਿਆਂ ਵਿੱਚ ਵੀ, ਪਿੰਡਾਂ ਵਿੱਚ ਵੀ, ਸ਼ਹਿਰਾਂ ਵਿੱਚ ਵੀ ਤਰੱਕੀ ਨਹੀਂ ਕਰਨ ਦਿੰਦੀ। ਇੱਕ ਬੰਦਾ ਜੇ ਕੋਈ ਚੰਗਾ ਕੰਮ ਕਰੇ ਤੇ ਦੂਜੇ ਨੂੰ ਚਾਹੀਦਾ ਉਹ ਵੀ ਕਹੇ ਵੀ ਠੀਕ, ਚੰਗੇ 'ਚ ਆਪਾਂ ਸਹਿਮਤ ਹਾਂ। ਪਰ ਇੱਥੇ ਮਾੜੇ ਦੀ ਤਾਂ ਕੀ, ਚੰਗੇ ਦੀ ਵੀ ਸਹਿਮਤੀ ਨਹੀਂ ਦਿੰਦੇ ਲੋਕ। ਕੰਮ ਦਾ ਬੜਾ ਚੰਗਾ ਸੀ, ਮਹਾਰਾਜ ਨਗਰ ਵਸਾਉਣ ਲੱਗੇ ਸੀ, ਅੱਧੇ ਬੰਦੇ ਮੰਨ ਗਏ ਵੀ ਅਸੀਂ ਜ਼ਮੀਨ ਦੇ ਦਿਆਂਗੇ, ਤੇ ਦੂਜੀ ਪਾਰਟੀ ਵਾਲੇ ਅੱਧੇ ਬੰਦੇ ਕਹਿੰਦੇ ਨਾ ਜੀ ਅਸੀਂ ਨਹੀਂ ਦੇਣੀ, ਸਾਡੇ ਤੇ ਆਪਣਾ ਗੁਜ਼ਾਰਾ ਮਸੀਂ ਚੱਲਦਾ, ਸਾਡੇ ਬੰਦੇ ਜ਼ਿਆਦਾ ਨੇ, ਜ਼ਮੀਨ ਥੋੜ੍ਹੀ ਹੈ, ਅਸੀਂ ਜ਼ਮੀਨ ਤੁਹਾਨੂੰ ਦੇ ਦਿੱਤੀ ਤੇ ਅਸੀਂ ਕੀ ਖਾਵਾਂਗੇ? ਸਾਡੇ ਕੋਲੋਂ ਜ਼ਮੀਨ ਨਹੀਂ ਦਿੱਤੀ ਜਾਂਦੀ। ਇਹ ਸੱਚੀ ਕਹਿ ਗਿਰਾ ਤੁਮ ਹੋਤੇ। ਇਹ ਸੱਚੀ ਗੱਲ ਮਹਾਰਾਜ ਤੁਹਾਡੇ ਮੂੰਹ ਤੇ ਕਹਿ ਦਿੰਦੇ ਆ ਪਹਿਲਾਂ ਹੀ ਵੀ ਸਾਡੇ ਕੋਲੋਂ ਜ਼ਮੀਨ ਨਾ ਮੰਗੋ, ਅਸੀਂ ਜ਼ਮੀਨ ਨਹੀਂ ਦੇ ਸਕਦੇ। ਸੁਣ ਕਰ ਬੋਲੇ ਸਹਿਜ ਸੁਭਾਏ। ਗੁਰੂ ਅਰਜਨ ਦੇਵ ਜੀ ਉਹਨਾਂ ਬੰਦਿਆਂ ਦੀ ਗੱਲ ਸੁਣ ਕੇ ਸਹਿਜ ਸੁਭਾਅ ਹੀ ਬਚਨ ਕੀਤਾ। ਨਰ ਥੋਰੇ ਛਿਤ ਬਹੁ ਰਹਿ ਜਾਏ। ਮਹਾਰਾਜ ਕਹਿੰਦੇ ਬੰਦੇ ਤੇ ਘਟ ਜਾਣੇ, ਜ਼ਮੀਨ ਜ਼ਿਆਦੀ ਰਹਿ ਜਾਣੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੁਦਰਤੀ ਮਹਾਰਾਜ ਕੋਈ ਸ਼ਰਾਪ ਨਹੀਂ ਦਿੱਤਾ, ਸ਼ਰਾਪ ਹੋ ਗਿਆ। ਕਿਉਂਕਿ ਗੁਰੂ ਘਰ ਦੇ ਵਿੱਚ ਨਾ ਬੰਦਾ ਜਿਹੋ ਜਿਹੀ ਭਾਵਨਾ ਲੈ ਕੇ ਜਾਂਦਾ, ਉਹੋ ਜਿਹਾ ਮੂੰਹ, ਜਿਹੋ ਜਿਹਾ ਸ਼ੀਸ਼ੇ ਦੇ ਸਾਹਮਣੇ ਮੂੰਹ ਲੈ ਕੇ ਜਾਓਗੇ ਨਾ ਉਹੋ ਜਿਹਾ ਦਿਖੇਗਾ। ਜੇ ਮੂੰਹ ਸਾਫ਼ ਕਰਕੇ ਜਾਓਗੇ, ਨਹਾ ਧੋ ਕੇ ਜਾਓਗੇ ਤੇ ਸਾਫ਼ ਦਿਸੇਗਾ, ਤੇ ਜੇ ਅੱਖਾਂ 'ਚ ਗਿੱਡ ਲੱਗੀ ਤੇ ਸ਼ੀਸ਼ੇ ਦੇ ਸਾਹਮਣੇ ਜਾਓਗੇ ਤੇ ਦਿਸਣੀ ਹੈ। ਇਹ ਗੁਰੂ ਘਰ ਤੇ ਸ਼ੀਸ਼ਾ ਹੀ ਹੈ। ਜਿਹੋ ਜਿਹਾ ਸਾਡਾ ਸਾਧ ਸੰਗਤ ਜੀ ਮਨ ਹੈ, ਉਹੋ ਜਿਹਾ ਇੱਥੋਂ ਫਲ ਮਿਲਣਾ। ਉਹੋ ਜੀ ਜਿਹੋ ਜਿਹੀ ਆਸ, ਉਹੋ ਜਿਹੀ ਉਮੀਦ ਹੈ। ਸੋ ਇਹ ਆਸ ਮੁਰਾਦ ਗੁਰੂ ਘਰ ਤੋਂ ਮਾੜੀ ਕਰ ਬੈਠੇ ਉਹ ਬੰਦੇ, ਤੇ ਮਹਾਰਾਜ ਤੋਂ ਬਚਨ ਨਿਕਲ ਗਿਆ ਵੀ ਜ਼ਮੀਨ ਤਾਂ ਇਵੇਂ ਰਹਿਣੀ ਹੈ, ਬੰਦੇ ਘਟ ਜਾਣਗੇ। ਪ੍ਰਾਣੀ ਬਿਨਸਨ ਹਾਰ ਸਦਾਈ। ਮਹਾਰਾਜ ਕਹਿੰਦੇ ਬੰਦੇ ਤੇ ਬਿਨਸਨ ਵਾਲੇ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਇਹ ਦੁਨੀਆ ਦੇ ਕੋਈ ਵੀ ਨਹੀਂ ਰਿਹਾ। ਬੰਦਾ ਭਾਵੇਂ ਲੱਖਾਂ ਕਰੋੜਾਂ ਹੋਵੇ, ਅਰਬਾਂ ਖਰਬਾਂ ਹੋਵੇ ਇਨਸਾਨ ਦੀ ਜਾਤੀ, ਜਾਂ ਪਸ਼ੂ ਪੰਛੀ ਵੀ, ਕੋਈ ਵੀ ਹੈ, ਉਹਨੇ ਬਿਨਸ ਜਾਣਾ। ਸਰੀਰ ਤਾਂ ਕਦੀ ਕਿਸੇ ਦਾ ਨਹੀਂ ਰਿਹਾ। ਹਾਂਜੀ, ਅਵਨੀ ਰਹਿ ਸਥਿਰ ਇਸ ਭਾਈ। ਧਰਤੀ ਇਦਾਂ ਹੀ ਰਹਿੰਦੀ ਹੈ। ਇਸ ਧਰਤੀ ਤੇ ਹਜ਼ਾਰਾਂ ਲੱਖਾਂ ਲੋਕ ਹੋ ਕੇ ਚਲੇ ਗਏ ਨੇ, ਲੱਖਾਂ ਲੋਕ ਹਲ ਵਾਹ ਕੇ ਚਲੇ ਗਏ ਨੇ, ਲੱਖਾਂ ਲੋਕ ਧਰਤੀ ਤੇ ਰਾਜ ਕਰਕੇ ਚਲੇ ਗਏ ਨੇ। ਧਰਤੀ ਤਾਂ ਇੱਥੇ ਪਈ ਹੈ, ਬੰਦੇ ਲੱਖਾਂ ਕਰੋੜਾਂ ਹੀ ਚਲੇ ਜਾਂਦੇ ਹਨ। ਜਿਤ ਦਿਸ਼ ਅਦਕ ਧਰਹਾ ਤਿਨ ਦੀਨ। ਸੋ ਸਾਧ ਸੰਗਤ ਜੀ ਜਿਹੜੇ ਪਾਸੇ ਜ਼ਮੀਨ ਜ਼ਿਆਦਾ ਸੀ ਨਾ, ਉਹਨਾਂ ਬੰਦਿਆਂ ਨੇ ਜ਼ਮੀਨ ਦਿੱਤੀ ਤੇ ਬੜੀ ਖੁਸ਼ੀ ਨਾਲ ਦਿੱਤੀ। ਉਹ ਕਹਿਣ ਲੱਗੇ ਵੀ ਸਾਡੇ ਧੰਨ ਭਾਗ ਵੀ ਸਾਨੂੰ ਗੁਰੂ ਅਰਜਨ ਦੇਵ ਜੀ ਨੇ ਸੇਵਾ ਲਾਈ ਹੈ। ਕਹਿੰਦੇ ਮਹਾਰਾਜ ਜ਼ਮੀਨ ਜਿੰਨੀ ਮਰਜ਼ੀ ਲੈ ਲਓ ਤੇ ਇੱਥੇ ਰਹੋ, ਇੱਥੇ ਨਗਰ ਵਸਾਓ, ਸਾਡੀ ਧਰਤੀ ਨੂੰ ਭਾਗ ਲਾਓ। ਬਦਹਾ ਬ੍ਰਿੰਦ ਮਾਨਵ ਕੋ ਚੀਨ। ਹਾਂ, ਉਹਨਾਂ ਦਾ ਵਰ ਵੀ ਹੋ ਗਿਆ ਉਹਨਾਂ ਨੂੰ ਵੀ ਉਹਨਾਂ ਦੇ ਬੱਚੇ ਵਧਣਗੇ, ਪਰਿਵਾਰ ਵਧਣਗੇ। ਉਹਨਾਂ ਦੇ ਸਾਧ ਸੰਗਤ ਜੀ ਹੁਣ ਤੱਕ ਉੱਥੇ ਵਸਦੇ ਹੈ, ਤੇ ਜਿਨ੍ਹਾਂ ਨੇ ਨਾ ਕੀਤੀ ਸੀ ਨਾ, ਉਹਨਾਂ ਦਾ ਕੰਮ ਸਮਾਪਤ ਹੋ ਚੁੱਕਾ ਹੈ। ਹਾਂਜੀ, ਇਮ ਦੇ ਸਰਾਪ ਸੋ ਬਰ ਤਿਨ ਰਾਹਕ। ਇਹਦਾ ਮਹਾਰਾਜ ਪੰਜਵੇਂ ਪਾਤਸ਼ਾਹ ਸੁਤੇ ਸੇ ਦੀ ਵਾਰ ਸਰਾਪ ਹੋਇਆ। ਜਿਨ੍ਹਾਂ ਨੇ ਜ਼ਮੀਨ ਸ਼ਰਧਾ ਨਾਲ ਦਿੱਤੀ ਉਹਨਾਂ ਨੂੰ ਵਾਰ ਹੋ ਗਿਆ, ਜਿਨ੍ਹਾਂ ਨੇ ਡੱਕਾ ਡਾਹਣਾ ਚਾਹਿਆ ਸੀ ਉਹਨਾਂ ਨੂੰ ਸਰਾਪ ਹੋ ਗਿਆ। ਪਰ ਇਹ ਹੋਇਆ ਸੁਤੇ ਸਿੱਧੀ, ਕਿਉਂਕਿ ਨਾ ਗੁਰੂ ਸਾਹਿਬ ਕਿਸੇ ਨੂੰ ਵਾਰ ਦਿੰਦੇ, ਨਾ ਸਰਾਪ ਦਿੰਦੇ ਹੈ।
ਸੁਭਾਵਕ ਹੀ ਬਚਨ ਹੋ ਜਾਂਦੇ ਆ, ਉਹ ਪੂਰੇ ਹੋ ਜਾਂਦੇ ਆ। ਹਾਂਜੀ। ਨਗਰ ਬਸਾਵਨ ਕੋ ਚਿਤ ਚਾਹਕ, ਸੋ ਚਿੱਤ ਵਿੱਚ ਮਹਾਰਾਜ ਨੇ ਚਾਹਨਾ ਕੀਤੀ ਹੈ ਵੀ ਇੱਥੇ ਹੁਣ ਨਗਰ ਵਸਾਈਏ, ਕਰਤਾਰਪੁਰ ਸਾਹਿਬ ਨਾਮ ਰੱਖੀਏ। ਡੇਰੇ ਕੋ ਮੁਕਾਮ ਕਰ ਰਹੇ, ਇੱਥੇ ਗੁਰੂ ਅਰਜਨ ਦੇਵ ਜੀ ਨੇ ਡੇਰਾ ਕਰ ਲਿਆ, ਮੁਕਾਮ ਕਰ ਲਿਆ। ਇੱਕ ਦੋ ਦਿਨ ਬੀਤੇ ਜਬ ਲਹੇ, ਇੱਕ ਦੋ ਦਿਨ ਜਦੋਂ ਮਹਾਰਾਜ ਇੱਥੇ ਰਹੇ, ਮਹਾਰਾਜ ਨੂੰ ਰਹਿੰਦਿਆਂ ਹੋ ਗਏ 2 ਦਿਨ। ਬੇਲਦਾਰ ਬੁਲਵਾਏ ਮਜੂਰ, ਮਹਾਰਾਜ ਨੇ ਬੇਲਦਾਰ ਬੁਲਾ ਲਏ, ਮਜ਼ਦੂਰ ਬੁਲਾ ਲਏ, ਜਿਹੜੇ ਨੀਹਾਂ ਪੁੱਟਦੇ ਆ ਨਾ, ਕਈਆਂ ਦੇ ਨਾਲ ਬੇਲਦਾਰ ਬੇਲਚੇ ਲਿਆਉਂਦੇ ਆ, ਉਹਨਾਂ ਨੂੰ ਧਰਤੀ ਪੁੱਟਣ ਵਾਲਿਆਂ ਨੂੰ, ਮਜ਼ਦੂਰਾਂ ਨੂੰ ਸੱਦਿਆ ਹੈ। ਫਿਰ ਕਾ ਅਵਲੋਕਿਓ ਥਲ ਰੂਰ, ਤੇ ਮਹਾਰਾਜ ਨੇ ਸਾਰੀ ਜ਼ਮੀਨ ਫਿਰ ਕੇ ਵੇਖੀ ਹੈ, ਸਾਰੀ ਜ਼ਮੀਨ ਦਾ ਜਾਇਜ਼ਾ ਲਿਆ ਵੀ ਕਿੱਥੇ ਬਾਜ਼ਾਰ ਬਣਨਗੇ, ਕਿੱਥੇ ਘਰ ਬਣਨਗੇ, ਕਿੱਥੇ ਗੁਰਦੁਆਰਾ ਬਣੇਗਾ, ਕਿੱਥੇ ਸੰਗਤਾਂ ਦੇ ਰਹਿਣ ਵਾਸਤੇ ਜਗ੍ਹਾ ਬਣੇਗੀ, ਕਿੱਥੇ ਫਿਰ ਲੰਗਰ ਹਾਲ ਬਣੇਗਾ। ਇਹ ਸਾਰੀ ਚੀਜ਼ਾਂ ਦੇਖਣੀਆਂ ਹੁੰਦੀਆਂ ਨਾ। ਮਹਾਰਾਜ ਨੇ ਸਾਰਾ ਜਾਇਜ਼ਾ ਲਿਆ ਹੈ, ਸਾਰੀ ਧਰਤੀ ਫਿਰ ਕੇ ਵੇਖੀ ਹੈ। ਭਾਈ ਬ੍ਰਿਧ ਭਗਤੂ ਤੇ ਆਦ, ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ ਨੂੰ ਵੀ ਬੁਲਾ ਲਿਆ, ਉਹ ਵੀ ਆ ਗਏ। ਭਾਈ ਭਗਤੂ ਜੀ ਵਰਗੇ ਬ੍ਰਹਮ ਗਿਆਨੀ ਸਿੱਖ ਵੀ ਨਾਲ ਸਨ। ਜੇ ਗੁਰ ਦਰਸ਼ਨ ਤੇ ਅਹਲਾਦ, ਇਹ ਗੁਰੂ ਦੇ ਇਹੋ ਜਿਹੇ ਪ੍ਰੇਮੀ ਸਿੱਖ ਸਨ ਵੀ ਜਿਨ੍ਹਾਂ ਨੂੰ ਹਰ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ ਚਾਹਨਾ ਬਣੀ ਰਹਿੰਦੀ ਸੀ। ਹਰ ਵੇਲੇ ਮਹਾਰਾਜ ਦੇ ਦਰਸ਼ਨਾਂ ਦਾ ਆਨੰਦ ਮਾਣਦੇ ਸੀ। ਬ੍ਰਿੰਦ ਪ੍ਰਸ਼ਾਦ ਮਧੁਰ ਅਨਵਾਇਓ, ਬਹੁਤ ਸਾਰਾ ਮਿੱਠਾ ਪ੍ਰਸ਼ਾਦ ਮੰਗਵਾਇਆ ਹੈ। ਸ਼੍ਰੀ ਨਾਨਕ ਕੋ ਪੂਰਬ ਧਿਆਇਓ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਯਾਦ ਕੀਤਾ, ਅਰਦਾਸ ਕੀਤੀ, ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ। ਸਰਬ ਗਰਣ ਕੇ ਸਿਮਰੇ ਨਾਮਾ, ਸ੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਸਾਰੀਆਂ ਗੁਰੂ ਪਾਤਸ਼ਾਹੀਆਂ ਨੂੰ ਯਾਦ ਕਰਕੇ ਕਰ ਅਰਦਾਸ ਰੀਤ ਅਬਿਰਾਮਾ, ਭਲੀ ਪ੍ਰਕਾਰ ਚੰਗੇ ਤਰੀਕੇ ਨਾਲ ਸੰਗਤਾਂ ਨੇ ਅਰਦਾਸ ਬੇਨਤੀ ਕੀਤੀ। ਬਾਬਾ ਬੁੱਢਾ ਸਾਹਿਬ ਜੀ, ਭਾਈ ਭਗਤੂ ਜੀ, ਭਾਈ ਅਮੀਆਂ ਜੀ, ਭਾਈ ਮੇਰੂ ਜੀ, ਇਦਾਂ ਬਹੁਤ ਸਾਰੇ ਸਿੱਖ ਮਹਾਰਾਜ ਦੇ ਨਾਲ ਸਨ। ਸਤਿਗੁਰ ਸਹਿਤ ਸੀਸ ਕੋ ਨਿਆਏ, ਸਾਰਿਆਂ ਨੇ ਮੱਥਾ ਟੇਕਿਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ, ਸਰਬੱਤ ਦਾ ਭਲਾ ਕਹਿ ਕੇ ਸਭ ਹਿਨ ਮੈਂ ਪ੍ਰਸਾਦ ਵਰਤਾਏ। ਗੁਰੂ ਦਾ ਪ੍ਰਸ਼ਾਦ ਮਿੱਠਾ ਸੰਗਤਾਂ 'ਚ ਵਰਤਾ ਦਿੱਤਾ। ਜੋ ਵੀ ਮਠਿਆਈ ਸੀ, ਪਕਵਾਨ ਸੀਗੇ, ਵੰਡ ਦਿੱਤੇ ਗਏ। ਬੇਲਦਾਰ ਕੋ ਆਇਸ ਦਈ, ਤੇ ਬੇਲਦਾਰ ਨੂੰ ਆਗਿਆ ਦਿੱਤੀ ਵੀ ਤੂੰ ਭਾਈ ਨੀਹਾਂ ਪੁੱਟ ਹੁਣ। ਕਰਹੁ ਕੋਟ ਚਾਹ ਦਿਸ਼ ਦਿਡਮਈ, ਤੇ ਪਹਿਲਾਂ ਨਗਰ ਦੇ ਆਲੇ ਦੁਆਲੇ ਦੀਵਾਰ ਕਰੀਦੀ ਹੈ, ਕੋਟ ਕਰੀਦਾ ਹੈ। ਪੁਰਾਣੇ ਜ਼ਮਾਨੇ 'ਚ ਕੱਚੇ ਕੋਟ ਬਣਾਉਂਦੇ ਸੀ, ਕੱਚੀਆਂ ਕੰਧਾਂ, ਤਾਂ ਕਿ ਪਿੰਡ ਦੀ ਸੇਫਟੀ ਰਵੇ। ਮਹਾਰਾਜ ਕਹਿੰਦੇ ਪਹਿਲਾਂ ਪਿੰਡ ਦੇ ਆਲੇ ਦੁਆਲੇ ਕੋਟ ਉਸਾਰਨਾ ਹੈ, ਨੀ ਪੁੱਟੋ। ਸੁਨ ਗੁਰ ਹੁਕਮ ਸੋ ਕਸੀ ਉਬਾਰੀ, ਉਹ ਬੇਲਦਾਰ ਨੇ ਗੁਰੂ ਸਾਹਿਬ ਦਾ ਹੁਕਮ ਪਾ ਕੇ ਜਦੋਂ ਕਈ ਚੁੱਕੀ, ਕਈ ਉੱਪਰ ਨੂੰ ਉਲਾਰੀ ਹੈ ਮਾਰਨ ਵਾਸਤੇ ਜ਼ਮੀਨ 'ਚ। ਖਨਨ ਹੇਤ ਅਵਨੀ ਮਹਮਾਰੀ, ਜ਼ਮੀਨ ਪੁੱਟਣ ਵਾਸਤੇ ਜਦੋਂ ਉਹਨੇ ਕਈ ਉੱਤੋਂ ਉਲਾਰ ਕੇ ਜ਼ੋਰ ਦੇ ਨਾਲ ਮਾਰੀ ਜ਼ਮੀਨ ਦੇ ਵਿੱਚ। ਹਾਲਿਓ ਤਬ ਭਗਿਆ ਗਿਰ ਪਰੀ, ਕਿਉਂਕਿ ਜ਼ਮੀਨ ਸਖਤ ਸੀ ਤੇ ਉਹ ਜਿਹੜੀ ਨਾ ਕਈ ਬੜੇ ਜ਼ੋਰ ਨਾਲ ਮਾਰੀ, ਉਹਦਾ ਸਰੀਰ ਹਿੱਲਿਆ ਤੇ ਬੇਲਦਾਰ ਦੇ ਸਿਰ ਤੋਂ ਪੱਗ ਜਿਹੜੀ ਸੀ ਨਾ ਉਹ ਡਿੱਗ ਪਈ ਥੱਲੇ। ਸਭ ਲੋਕਨ ਮਨ ਸੰਸਾ ਕਰੀ, ਜਿੰਨੇ ਵੀ ਲੋਕ ਦੇਖ ਰਹੇ ਸੀ ਉਹਨਾਂ ਦੇ ਮਨ 'ਚ ਸੰਸਾ ਪੈ ਗਿਆ। ਸੰਸਾ ਪੈ ਗਿਆ ਵੀ ਪਹਿਲੇ ਸਮੇਂ ਹੀ ਬਦਸਗਨੀ ਹੋ ਗਈ ਹੈ, ਪੱਗ ਲੈ ਗਈ ਹੈ ਬੰਦੇ ਦੀ। ਜਿਹੜੇ ਬੰਦੇ ਨੇ ਵਿਚਾਰੇ ਨੇ, ਬੇਲਦਾਰ ਨੇ ਨਹੀਂ ਪੁੱਟਣੀ ਸੀ, ਪਹਿਲੀ ਕਈ ਮਾਰੀ ਹੈ ਤੇ ਪੱਗ ਗਿਰ ਗਈ ਹੈ ਉਸ ਦੇ ਸਿਰ ਤੋਂ। ਸ੍ਰੀ ਅਰਜਨ ਸਭ ਔਰ ਕੀ ਜਾਣੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜਾਣੀ ਜਾਣ, ਸਭ ਦੇ ਦਿਲਾਂ ਦੀ ਜਾਣਨ ਵਾਲੇ ਵੀ। ਸਾਰੇ ਪਿੰਡ ਵਾਲਿਆਂ ਨੂੰ ਸ਼ੰਕਾ ਪੈ ਗਿਆ, ਦੇਖਣ ਵਾਲਿਆਂ ਦੇ ਮਨ ਡੋਲ ਗਏ ਵੀ ਪਹਿਲੇ ਦਿਨ ਹੀ ਪੱਗ ਉਤਰ ਗਈ ਹੈ, ਪਤਾ ਨਹੀਂ ਕੀ ਹੋਵੇਗਾ। ਮੁਸਕਾਵਤ ਬੋਲੇ ਗੁਨਖਾਨੀ, ਮਹਾਰਾਜ ਮੁਸਕਰਾ ਕੇ ਹੱਸ ਕੇ ਬੋਲੇ, ਚੜੀ ਕਮਾਨ ਜੋ ਚੜ ਇਤ ਆਵੈ। ਮਹਾਰਾਜ ਕਹਿੰਦੇ ਭਾਈ ਸ਼ੰਕਾ ਨਾ ਕਰੋ, ਜਿਹੜਾ ਕੋਈ ਚੜੀ ਕਮਾਨ ਲੈ ਕੇ, ਭਾਵ ਆਪਣੇ ਸ਼ਸਤਰ ਬਸਤਰ ਲੈ ਕੇ ਇਸ ਨਗਰ ਤੇ ਹਮਲਾ ਕਰੇਗਾ, ਇਸ ਗੁਰੂ ਕੀ ਨਗਰੀ ਦੇ ਉੱਤੇ ਚੜ ਕੇ ਆਵੇਗਾ, ਸੋ ਉਤਰਾਹ ਆਪਣੇ ਘਰ ਜਾਵੈ। ਉਹ ਆਪਣੀ ਪੱਗ ਲੁਹਾ ਕੇ ਜਾਏਗਾ, ਉਹਦੀ ਉਤਰ ਜਾਏਗੀ। ਕਮਾਨ ਚੜੀ ਆਵੇਗੀ, ਉਤਰ ਕੀ ਜਾਏਗੀ। ਜੰਗ ਜੀਤ ਪੇ ਕੋ ਇਹ ਥਾਨ, ਮਹਾਰਾਜ ਕਹਿੰਦੇ ਜਗ੍ਹਾ ਜੰਗਾਂ ਨੂੰ ਜਿੱਤਣ ਵਾਲੀ ਹੈ। ਇੱਥੇ 6ਵੇਂ ਜਾਮੇ 'ਚ ਅਸੀਂ ਜੰਗ ਵੀ ਲੜਨਾ ਹੈ ਤੇ ਜਿੱਤਣਾ ਵੀ ਹੈ। ਮਰਹਿ ਤੁਰਕ ਹੋਏ ਬੇਈਮਾਨ, ਇੱਥੇ ਹਜ਼ਾਰਾਂ ਤੁਰਕ ਬੇਈਮਾਨ ਮਰਨਗੇ ਆਪਣੇ ਈਮਾਨ ਤੋਂ ਗਿਰ ਕੇ। ਪੈਂਦੇ ਖਾਨ ਵਰਗੇ
ਕੁਤਬ ਖਾਨ ਵਰਗੇ, ਕਾਲੇ ਖਾਂ ਵਰਗੇ ਇੱਥੇ ਮਰਨਗੇ। ਗੁਰ ਕਰ ਕੀ ਅਬ ਚਲ ਹੈ ਨੀਵ। ਮਹਾਰਾਜ ਕਹਿੰਦੇ ਗੁਰੂ ਘਰ ਦੀ ਨੀਂਹ ਦੇ ਅਬਚਲ ਹੈ, ਅਬਚਲ ਨੀਂਹ ਰਖਾਈ ਸਤਿਗੁਰ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨੀਂਹ ਰੱਖੀ ਹੋਈ ਹੈ, ਇਹਨੂੰ ਕੋਈ ਖਤਰਾ ਨਹੀਂ ਹੈ। ਜਾਇ ਨ ਕਬਹੂ ਰਹਿ ਸਦੀਵ। ਕਦੀ ਵੀ ਇਹ ਨਹੀਂ ਹਿਲਣੀ ਨਹੀਂ, ਇਹ ਸਦਾ ਹੀ ਰਹਿਣੀ ਹੈ। ਇਮ ਕਹਿ ਸਭ ਕੋ ਭ੍ਰਮ ਨਿਰਵਾਰਾ। ਏਦਾਂ ਕਹਿ ਕੇ ਸਾਰਿਆਂ ਦਾ ਭਰਮ ਦੂਰ ਕਰ ਦਿੱਤਾ। ਲੱਗੇ ਮਜੂਰ ਕਰਨ ਗਨਕਾਰਾ। ਕਹਿੰਦੇ ਮਜ਼ਦੂਰ ਜਿਹੜੇ ਹਨ ਉਹ ਇਸ ਕੰਮ ਨੂੰ ਕਰਨ ਲੱਗੇ ਹਨ। ਪੁਰੀ ਕੋਟ ਰਚ ਮ੍ਰਿਤ ਕਾ ਸੰਗ। ਪਹਿਲਾਂ ਸਾਧ ਸੰਗਤ ਜੀ ਨੀਹਾਂ ਪੁੱਟ ਕੇ ਨਾ ਆਲੇ ਦੁਆਲੇ ਤੇ ਮਿੱਟੀ ਦੇ ਡਲੇ ਛੱਪੜਾਂ ਚੋਂ ਲਿਆਂਦੇ ਹੁੰਦੇ ਸੀਗੇ। ਉਹਨਾਂ ਦੀਆਂ ਮਿੱਟੀ ਦੀਆਂ ਇੱਟਾਂ ਬਣਾ ਕੇ ਗਾਰੇ ਨਾਲ ਉਹ ਕੰਧਾਂ ਬਣਾਉਂਦੇ ਸੀ, ਕੱਚੀਆਂ ਕੰਧਾਂ। ਆਲੇ ਦੁਆਲੇ ਕੱਚੀ ਕੰਧ ਤਿਆਰ ਕੀਤੀ ਹੈ। ਚੌਹਦਿਸ਼ ਮੈਂ ਪਹਾੜ ਉਚਰ ਉਤੰਗ। ਉੱਚਾ ਕਿਲਾ ਜਿਹਾ ਬਣਾ ਦਿੱਤਾ, ਭਾਵ ਆਲੇ ਦੁਆਲੇ ਕੰਧ ਨਗਰ ਦੇ ਕਰ ਦਿੱਤੀ, ਉਹਦੇ ਵਿੱਚ ਘਰ ਬਣਨਗੇ ਲੋਕਾਂ ਦੇ। ਬਾਹਰ ਹੁਕਮ ਘਰ ਚਿੰਬੇ ਕਰਿਓ। ਫਿਰ ਮਹਾਰਾਜ ਨੇ ਹੁਕਮ ਦਿੱਤਾ ਵੀ ਘਰ ਚਿਣੋ, ਇਹਦੇ ਵਿੱਚ ਆਪੋ ਆਪਣੇ ਘਰ ਬਣਾਓ ਭਾਈ। ਸੁੰਦਰ ਨਾਮ ਗੁਰੂ ਤਬ ਧਰਿਓ। ਇਸ ਜਗ੍ਹਾ ਦਾ ਨਾਮ ਬੜਾ ਸੁੰਦਰ ਸੋਹਣਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰੱਖਿਆ ਸੀ। ਸ਼੍ਰੀ ਕਰਤਾਰਪੁਰਾ ਸਭ ਬੀਚ। ਇਸ ਧਰਤੀ ਦਾ ਨਾਮ, ਇਸ ਨਗਰ ਦਾ, ਇਸ ਪਿੰਡ ਦਾ ਨਾਮ ਗੁਰੂ ਸਾਹਿਬ ਨੇ ਸ੍ਰੀ ਕਰਤਾਰਪੁਰ ਸਾਹਿਬ ਇਹ ਨਾਂ ਰੱਖਿਆ ਸੀ। ਦੋ ਕਰਤਾਰਪੁਰ ਨੇ ਸਾਧ ਸੰਗਤ ਜੀ। ਇੱਕ ਗੁਰੂ ਨਾਨਕ ਦੇਵ ਜੀ ਦਾ ਕਰਤਾਰਪੁਰ ਹੈ ਜਿਹੜਾ ਪਾਕਿਸਤਾਨ ਵਿੱਚ ਬਾਰਡਰ ਦੇ ਕੋਲ ਹੈ, ਜਿਹਦਾ ਹੁਣੇ ਲਾਂਘਾ ਖੋਲ੍ਹਿਆ। ਇਹ ਕਰਤਾਰਪੁਰਾ ਜਲੰਧਰ ਦੇ ਕੋਲ ਹੈ, ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਵਸਾਇਆ। ਇਹ ਦੂਸਰੇ ਕਰਤਾਰਪੁਰ ਦੀ ਜਲੰਧਰ ਵਾਲੇ ਦੀ ਕਥਾ ਚੱਲ ਰਹੀ ਹੈ। ਗੁਰੂ ਅਰਜਨ ਦੇਵ ਜੀ ਨੇ ਆਪ ਇਸ ਪਵਿੱਤਰ ਧਰਤੀ ਤੇ ਨੀਂਹ ਰਖਾਈ, ਆਲੇ ਦੁਆਲੇ ਕਿਲਾ ਬਣਾਇਆ, ਛੋਟਾ ਜਿਹਾ ਜਿਵੇਂ ਦੀਵਾਰ ਕੀਤੀ। ਉਸ ਤੋਂ ਬਾਅਦ ਲੋਕਾਂ ਨੂੰ ਪਲਾਟ ਦਿੱਤੇ ਵੀ ਆਪਣੇ ਆਪਣੇ ਘਰ ਬਣਾ ਲਓ। ਬਿਦਤ ਹੋਏ ਕਹਿ ਉੱਚ ਰੋ ਨੀਚ। ਸਭ ਨੂੰ ਉੱਚੀ ਨੀਚ, ਗਰੀਬ ਅਮੀਰ ਸਭ ਨੂੰ ਕਹਿਤਾ ਵੀ ਭਾਈ ਆਓ, ਸਾਰੀਆਂ ਜਾਤਾਂ ਦੇ ਲੋਕ। ਕਿਉਂਕਿ ਉਦੋਂ ਪਿੰਡਾਂ ਦੇ ਵਿੱਚ ਸਾਰੀਆਂ ਬਰਾਦਰੀਆਂ ਦੇ ਲੋਕ ਰੱਖਣੇ ਪੈਂਦੇ ਸੀ। ਜ਼ਿਮੀਂਦਾਰ ਖੇਤੀ ਕਰਨ ਵਾਸਤੇ ਹੁੰਦੇ ਸੀ, ਪੰਡਤ ਲੋਕਾਂ ਦੇ ਵਿਆਹ ਸ਼ਾਦੀਆਂ ਕਰਾਉਣ ਵਾਸਤੇ ਹੁੰਦੇ ਸੀ, ਤੇ ਨਾਈ ਲੋਕਾਂ ਦੇ ਘਰਾਂ ਵਿੱਚ ਕੰਮਕਾਰ ਕਰਨਾ, ਭਾਂਡੇ ਭੁੰਡੇ ਮਾਂਜਣੇ, ਵਿਆਹ ਸ਼ਾਦੀਆਂ ਦੇ ਉੱਤੇ ਝਿਊਰ ਪਾਣੀ ਭਰਨ ਵਾਸਤੇ ਹੁੰਦੇ ਸੀ। ਇਸੇ ਤਰ੍ਹਾਂ ਲੁਹਾਰ ਲੋਹੇ ਦਾ ਕੰਮ, ਲੋਕਾਂ ਦੇ ਹਲ ਬਣਾਉਣੇ, ਕਰੰਬੇ ਦਾਤੀਆਂ ਖੁਰਪੇ ਬਣਾਉਣੇ, ਇਹ ਚੀਜ਼ਾਂ ਵਾਸਤੇ ਲੋਹੇ ਦੇ ਕੰਮ ਵਾਸਤੇ ਲੁਹਾਰ ਹੁੰਦੇ ਸੀ। ਲੱਕੜ ਦੇ ਕੰਮ ਲਈ ਗੱਡੇ ਵਗੈਰਾ ਬਣਾਉਣੇ, ਪੀੜ੍ਹੀਆਂ ਮੰਜੇ ਬਣਾਉਣੇ, ਤਰਖਾਣ ਹੁੰਦੇ ਸੀ। ਤੇ ਲੋਹੇ ਦਾ ਕੰਮ ਕਰਨ ਵਾਲੇ, ਲੱਕੜੀ ਦਾ ਕੰਮ ਕਰਨ ਵਾਲੇ, ਚਮੜੇ ਦਾ ਕੰਮ ਕਰਨ ਵਾਲੇ, ਸਫਾਈ ਕਰਨ ਵਾਲੇ, ਸਾਰੀਆਂ ਜਾਤਾਂ ਨੂੰ ਬੁਲਾਉਂਦੇ ਸੀ। ਗੁਰੂ ਸਾਹਿਬ ਨੇ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਕਿਹਾ ਵੀ ਭਾਈ ਆਓ। ਤੇ ਉਹ 2-2 4-4 ਘਰ ਜਿਹੜੇ ਨੇ ਸਾਰੀਆਂ ਜਾਤਾਂ ਦੇ ਇੱਥੇ ਆ ਕੇ ਬਸ ਗਏ। ਸ਼੍ਰੀ ਅਰਜਨ ਪੁਨ ਲੋਕ ਬੁਲਾਏ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੇ ਲੋਕਾਂ ਨੂੰ ਬੁਲਾਇਆ ਵੀ ਆਓ ਭਾਈ, ਇੱਥੇ ਗੁਰੂ ਕੇ ਸਿੱਖ ਰਹੋ, ਨਾਲੇ ਬਾਣੀ ਪੜ੍ਹੋ, ਨਾਲੇ ਨਾਮ ਜਪੋ, ਲੰਗਰ ਗੁਰੂ ਕਾ ਚੱਲ ਰਿਹਾ, ਤੇ ਆਪਣੀ ਕਿਰਤ ਬਿਰਤ ਵੀ ਕਰੋ, ਮਿਹਨਤ ਮਜ਼ਦੂਰੀ ਜੋ ਵੀ ਕਿਸੇ ਦਾ ਕੋਈ ਕੰਮਕਾਰ ਹੈ, ਖੇਤੀਬਾੜੀ ਵਾਲੇ ਖੇਤੀਬਾੜੀ ਕਰਨ, ਲੱਕੜੀ ਵਾਲੇ ਲੱਕੜੀ ਦਾ, ਲੋਹੇ ਵਾਲੇ ਲੋਹੇ ਦਾ ਕੰਮ ਕਰਨ। ਸਾਰੀਆਂ ਜਾਤਾਂ ਦੇ ਲੋਕ ਗੁਰੂ ਸਾਹਿਬ ਨੇ ਇੱਥੇ ਬੁਲਾ ਲਏ। ਮਾਨ ਦਾਨ ਦੇ ਕਨੇ ਬਸਾਏ। ਉਹਨਾਂ ਨੂੰ ਦਾਨ ਮਾਣ ਵੀ ਦਿੱਤਾ, ਹੌਸਲਾ ਦਿੱਤਾ ਵੀ ਤੁਸੀਂ ਘਬਰਾਓ ਨਾ, ਅਸੀਂ ਤੁਹਾਡੀ ਪਾਲਣਾ ਕਰਾਂਗੇ। ਜਦੋਂ ਕੋਈ ਨਵੀਂ ਥਾਂ ਤੇ ਜਾਂਦਾ ਨਾ ਬੰਦਾ, ਉਹਨੂੰ ਚਿੰਤਾ ਵੀ ਹੁੰਦੀ ਹੈ ਵੀ ਮੇਰਾ ਕਾਰੋਬਾਰ ਕਿਵੇਂ ਚੱਲੇਗਾ, ਬੱਚੇ ਕੀ ਖਾਣਗੇ, 100 ਚਿੰਤਾ ਹੁੰਦੀ। ਨਵਾਂ ਘਰ ਬਣਨਾ ਬੜਾ ਔਖਾ ਹੁੰਦਾ। ਤੇ ਮਹਾਰਾਜ ਨੇ ਉਹਨਾਂ ਦੀ ਬੜੀ ਹੈਲਪ ਕੀਤੀ। ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲੋਂ ਮਾਇਆ ਦਿੱਤੀ, ਜਿਹਨੂੰ ਕਿਸ ਚੀਜ਼ ਦੀ ਲੋੜ ਸੀ, ਕੱਪੜੇ ਦੀ, ਮੰਜੇ ਦੀ, ਬਿਸਤਰੇ ਦੀ, ਭਾਂਡੇ ਦੀ, ਕਿਸੇ ਚੀਜ਼ ਦੀ, ਮਕਾਨ ਦੀ, ਸਾਰਿਆਂ ਦੀ ਗੁਰੂ ਸਾਹਿਬ ਨੇ ਮਦਦ ਕੀਤੀ ਤੇ ਉਹਨਾਂ ਨੂੰ ਕਰਤਾਰਪੁਰ ਦੇ ਵਿੱਚ ਵਸਾਇਆ ਹੈ। ਪਰਿਓ ਬਾਜ਼ਾਰ ਸਗਨ ਅਰ ਸੁੰਦਰ। ਔਰ ਬਾਜ਼ਾਰ ਬੜਾ ਸੋਹਣਾ ਬਣਾਇਆ, ਜਿਹਦੇ 'ਚ ਦੁਕਾਨਾਂ ਖੋਲ੍ਹਤੀਆਂ, ਸਾਰੇ ਤਰ੍ਹਾਂ ਦੇ ਕਾਰੋਬਾਰ ਚੱਲਣਗੇ। ਬਈ ਜੇ ਕੋਈ ਲੋਹੇ ਦਾ ਸਮਾਨ ਖਰੀਦੇ, ਕੋਈ ਲੱਕੜੀ ਦਾ, ਕੋਈ ਕਹਿ ਲਓ ਸੋਨੇ ਦਾ ਕੰਮ ਕਰਨ ਵਾਲੇ ਸੁਨਿਆਰੇ ਆਪੋ ਆਪਣਾ ਕੰਮ ਕਰਨ ਲੱਗ ਪਏ, ਦਰਜੀ ਆਪਣਾ ਕੰਮ ਕਰਨ ਲੱਗ ਪਏ। ਬਾਜ਼ਾਰ ਲਾਤਾ ਗੁਰੂ ਅਰਜਨ ਦੇਵ ਜੀ ਨੇ। ਬਣਨ ਲੱਗੇ ਪੁਨਪੁਰ ਮਹਿਮੰਦਰ। ਤੇ ਲੋਕਾਂ ਦੇ ਘਰ ਵੀ ਬਣਨ ਲੱਗ ਪਏ, ਆਪੋ ਆਪਣੇ ਘਰਾਂ ਦੀ ਉਸਾਰੀ ਤੇ ਲੋਕ ਲੱਗ ਗਏ। ਮਿਸਤਰੀ ਕਾਰੋਬਾਰ ਕਰਦੇ ਬਣਾਉਣ ਦਾ,
ਤੇ ਲੋਕ ਆਪੋ ਆਪਣੇ ਘਰ ਬਣਾ ਰਹੇ ਨੇ। ਧਨੀ ਰੰਕ ਧਨ ਕੇ ਅਨੁਸਾਰਾ, ਜਿੰਨਾ ਜਿੰਨਾ ਕਿਸੇ ਕੋਲ ਪੈਸਾ ਸੀ, ਅਮੀਰ ਬੰਦਿਆਂ ਨੇ ਆਪਣੇ ਘਰ ਵਧੀਆ ਵੱਡੇ ਬਣਾਏ, ਗਰੀਬਾਂ ਨੇ ਵੀ ਆਪਣੇ ਛੋਟੇ ਮੋਟੇ ਕੋਠੇ ਸੱਤ ਛੱਤ ਲਏ। ਅਲਪ ਵਿਸਾਲ ਰਚੈ ਕਰ ਬਾਰਾ, ਛੋਟੇ ਵੱਡੇ ਘਰ ਬਣਨ ਲੱਗ ਪਏ। ਯਾਨੀ ਨਗਰ ਕਰਤਾਰਪੁਰ ਸਾਹਿਬ ਦੇ ਵਿੱਚ ਬਹੁਤ ਰੌਣਕ ਹੋ ਗਈ। ਦਿਨੋਂ ਦਿਨ ਰੌਣਕ ਵੱਧਦੀ ਜਾਂਦੀ। 2-2 4-4 ਬੰਦੇ ਨਵੇਂ ਹਰ ਰੋਜ਼ ਹੀ ਆ ਜਾਂਦੇ। ਕਹਿੰਦੇ ਮਹਾਰਾਜ ਅਸੀਂ ਤੁਹਾਡੇ ਪਿੰਡ 'ਚ ਰਹਿਣਾ। ਮਹਾਰਾਜ ਕਹਿੰਦੇ ਆਓ ਭਾਈ। ਜਗ੍ਹਾ ਗੁਰੂ ਸਾਹਿਬ ਦੇ ਦਿੰਦੇ ਰਹਿਣ ਵਾਸਤੇ, ਤੇ ਉਹ ਆਪਣੇ ਮਕਾਨ ਬਣਾਉਣ ਲੱਗ ਜਾਂਦੇ, ਦੁਕਾਨਾਂ ਖੋਲ੍ਹਦੇ ਹਨ। ਬਨਕ ਲਗੇ ਵਿਵਹਾਰ ਕਰਨ ਕੋ, ਜਿਹੜੇ ਬਾਣੀਏ ਹਨ, ਦੁਕਾਨਦਾਰ ਹਨ, ਉਹ ਆਪਣੀਆਂ ਦੁਕਾਨਾਂ 'ਚ ਸੌਦਾ ਪਾ ਕੇ ਵਪਾਰ ਕਰਨ ਲੱਗ ਪਏ। ਲੇਤ ਲਾਭ ਹੋਏ ਗੁਰੂ ਸ਼ਰਨ ਕੋ, ਗੁਰੂ ਘਰ ਦੀ ਸ਼ਰਨ ਵਿੱਚ ਪੈ ਕੇ ਲਾਭ ਲੈਂਦੇ ਹਨ। ਜੋ ਮਹਾਰਾਜ ਤੋਂ ਮੰਗਦੇ ਨੇ ਮਿਲ ਹੀ ਜਾਂਦਾ ਹੈ। ਜਲੰਧਰ ਸ਼ਹਿਰ ਨੇੜੇ ਆ। ਇਹ ਸੂਬਾ ਸੀ ਸਾਧ ਸੰਗਤ ਜੀ। 7 ਧਾਰਾਂ ਪਹਾੜ ਦੀਆਂ ਵੀ ਜਲੰਧਰ ਦੇ ਵਿੱਚ ਆਉਂਦੀਆਂ ਸੀਗੀਆਂ। 22 ਧਾਰ ਦੇ ਸੂਬੇ ਰਾਜੇ ਨਾ ਜਿਹੜੇ, ਇਹਨਾਂ 'ਚੋਂ 7 ਧਾਰਾਂ ਪਹਾੜ ਦੀਆਂ ਜਿਹੜੀਆਂ ਨੇ ਜਲੰਧਰ ਦੇ ਅੰਡਰ ਆਉਂਦੀਆਂ। ਸਾਰਾ ਦੁਆਬਾ ਜਲੰਧਰ ਦੇ ਥੱਲੇ ਸੀ। ਜਲੰਧਰ ਮੁਸਲਮਾਨਾਂ ਦਾ 22 ਸੂਬਿਆਂ 'ਚ ਇੱਕ ਸੂਬਾ ਸੀਗਾ। ਸੋ ਜਲੰਧਰ ਸੂਬੇ ਦਾ ਜਿਹੜਾ ਨੇੜੇ ਪਿੰਡ ਵਸਾਇਆ ਕਰਤਾਰਪੁਰ, ਇੱਥੇ ਫਿਰ ਉਹ ਸ਼ਹਿਰ ਕਰਕੇ ਦੁਕਾਨਦਾਰ ਕਈ ਆ ਗਏ, ਆਪਣੀਆਂ ਦੁਕਾਨਾਂ ਇੱਥੇ ਪਾ ਲਈਆਂ ਦੁਕਾਨਦਾਰਾਂ ਨੇ। ਇਸ ਪ੍ਰਕਾਰ ਪਰ ਗੁਰੂ ਬਸਾਇਓ, ਇਸ ਤਰ੍ਹਾਂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਨਗਰੀ ਜਲੰਧਰ ਦੇ ਲਾਗੇ ਵਸਾਈ ਸੀ। ਪਾਕ ਉਚਾਰਿਓ ਬਿਦਤ ਦਿਖਾਇਓ, ਤੇ ਜਿਹੜੇ ਬਚਨ ਮਹਾਰਾਜ ਨੇ ਉਚਾਰੇ ਸੀ ਉਹ ਵੀ ਅੱਜ ਪ੍ਰਗਟ ਹਨ। ਕਿਉਂਕਿ ਜੋ ਬਚਨ ਮਹਾਰਾਜ ਦੀ ਰਸਨਾ ਤੋਂ ਨਿਕਲਦਾ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ, ਉਹ ਬਚਨ ਟਲਦਾ ਨਹੀਂ ਹੈ। ਬਰ ਅਰ ਸਰਾਪ ਰਾਹ ਕਨ ਜੋਏ, ਮਹਾਰਾਜ ਨੇ ਜਿਹੜਾ ਜ਼ਿਮੀਂਦਾਰਾਂ ਨੂੰ ਵਰ ਦਿੱਤਾ ਸੀ ਉਹ ਵਰ ਵੀ ਪੂਰਾ ਹੋਇਆ। ਤੇ ਜਿਹੜੇ ਬੰਦੇ ਨਾਸਤਕ ਜੇ ਸਨ ਉਹਨਾਂ ਨੂੰ ਸਰਾਪ ਵੀ ਹੋਇਆ ਸੀਗਾ, ਉਹ ਵੀ ਪੂਰਾ ਹੋ ਗਿਆ। ਕਹੇ ਜਥਾ ਦੇਖੇ ਦ੍ਰਿਗ ਸੋਏ, ਉਹ ਪਿੰਡ ਵਾਲੇ ਗੁਰੂ ਹਰਿਰਾਏ ਸਾਹਿਬ ਨੂੰ ਦੱਸ ਰਹੇ ਐ ਵੀ ਸੱਚੇ ਪਾਤਸ਼ਾਹ ਜੀ, ਜੋ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬਚਨ ਕਹੇ ਸੀ ਨਾ, ਅਸੀਂ ਆਪਣੀ ਅੱਖਾਂ ਨਾਲ ਸੱਚ ਹੁੰਦੇ ਵੇਖੇ ਹਨ। ਅਨਗਨ ਸੈਨ ਰਪਨ ਕੀ ਆਈ, ਕਹਿੰਦੇ ਤੁਰਕਾਂ ਦੀ ਬੜੀ ਫੌਜ ਆਈ ਸੀ ਜਦੋਂ ਕਰਤਾਰਪੁਰ ਜੰਗ ਹੋਇਆ ਸੀ ਮਹਾਰਾਜ 6ਵੇਂ ਪਾਤਸ਼ਾਹ ਦੇ ਸਮੇਂ। ਪਿਖ ਕਰ ਤਰਾਸ ਭਇਓ ਸਮੁਦਾਈ, ਕਹਿੰਦੇ ਉਹ ਜਿਹੜੇ ਤੁਰਕ ਆਏ ਸੀ ਨਾ 78000 ਫੌਜ ਲੈ ਕੇ, ਉਹਨੂੰ ਵੇਖ ਕੇ ਸਾਰਾ ਪਿੰਡ ਡਰ ਗਿਆ ਸੀ। ਚੌਹਾਂ ਦਿਸ਼ ਘੇਰਾ ਤੁਰਕਨ ਕਰਿਓ, ਤੁਰਕਾਂ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ ਸੀ ਕਰਤਾਰਪੁਰ ਪਿੰਡ ਨੂੰ, ਸਾਰੇ ਨਗਰ ਨੂੰ। ਬੀਚ ਜਾਮਨੀ ਸੰਗਰ ਪਰਿਓ, ਤੇ ਰਾਤ ਨੂੰ ਲੜਾਈ ਸ਼ੁਰੂ ਹੋਈ ਸੀ। ਅੰਮ੍ਰਿਤ ਵੇਲੇ ਕੋਈ 2-2:30 ਵਜੇ ਅੱਧੀ ਰਾਤ ਬੀਤ ਗਈ ਸੀ। ਤੁਰਕਾਂ ਨੇ ਰਾਤ ਨੂੰ ਹਮਲਾ ਇਸ ਕਰਕੇ ਕੀਤਾ ਸੀ ਵੀ ਸਿੱਖਾਂ ਨੂੰ ਸੁੱਤੇ ਪਿਆਂ ਨੂੰ ਦੱਬ ਲਾਂਗੇ, ਪਿੰਡ ਲੁੱਟ ਲਵਾਂਗੇ, ਗੁਰੂ ਸਾਹਿਬ ਨੂੰ ਫੜ ਕੇ ਸ਼ਹੀਦ ਕਰ ਦਿਆਂਗੇ ਜਾਂ ਗ੍ਰਿਫਤਾਰ ਕਰ ਲਾਂਗੇ। ਇਸ ਕਰਕੇ ਤੁਰਕਾਂ ਦੀ ਫੌਜ ਰਾਤ ਨੂੰ ਆਈ ਸੀ। ਪੈਂਦੇ ਖਾਂ ਰਾਤ ਨੂੰ ਫੌਜਾਂ ਲੈ ਕੇ ਆਇਆ ਸੀ। ਸ਼੍ਰੀ ਹਰਿ ਗੋਬਿੰਦ ਬਲੀ ਬਹਾਦਰ, ਪਰ ਅੱਗੇ ਮਹਾਂਬਲੀ ਸੂਰਬੀਰ ਯੋਧੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ ਪਾਤਸ਼ਾਹ ਨੇ ਆਉਂਦਿਆਂ ਹੀ ਤੁਰਕਾਂ ਦੇ ਮੂੰਹ ਮੋੜ ਦਿੱਤੇ ਸਨ। ਦੇਖੇ ਸ਼ਤਰੂ ਆਏ ਪੇਹਾਦਰ, ਜਦੋਂ ਮਹਾਰਾਜ ਨੇ ਵੇਖਿਆ ਵੀ ਦੁਸ਼ਮਣ ਦੀ ਬਹੁਤ ਫੌਜ, ਲਗਭਗ 80,000 ਫੌਜ ਆ ਗਈ ਹੈ। ਦਾਰੁਣ ਜੰਗ ਮਚਿਓ ਇਕਸਾਰ, ਬੜਾ ਘਮਸਾਣ ਦਾ ਜੰਗ ਕਰਤਾਰਪੁਰ ਦੀ ਧਰਤੀ ਤੇ ਮਚਿਆ ਸੀ। ਚਲੇ ਤੇਗ ਤੋਂ ਮਰ ਤਰਵਾਰ, ਬੰਦੂਕਾਂ ਚੱਲੀਆਂ, ਤੋਪਾਂ ਚੱਲੀਆਂ, ਗੋਲੇ ਚੱਲੇ, ਤੀਰਾਂ ਦੇ ਤੇ ਤਲਵਾਰਾਂ ਦੇ ਨਾਲ ਜੰਗ ਹੋਇਆ ਸੀ। ਤਬ ਸਤਿਗੁਰ ਜੀ ਚੜੇ ਤੁਰੰਗ, ਤਾਂ ਮਹਾਰਾਜ 6ਵੇਂ ਪਾਤਸ਼ਾਹ ਆਪ ਘੋੜੇ ਤੇ ਚੜ ਕੇ ਭਰ ਕਰ ਖਪਰੇ ਬ੍ਰਿੰਦ ਨਿਖੰਗ, ਆਪਣੇ ਭੱਥੇ 'ਚ ਬੜੇ ਭਿਆਨਕ ਜ਼ਰੀਲੇ ਨਾਗਾਂ ਵਰਗੇ ਤੀਰ ਭਰ ਕੇ ਗਏ ਸਨ ਯੁੱਧ ਕਰਨ ਲਈ ਸਤਿਗੁਰੂ 6ਵੇਂ ਪਾਤਸ਼ਾਹ ਜੀ। ਅਲਪ ਚਮੂਹੀ ਹੋਤੀ ਸਾਥ, ਉਦੋਂ ਮਹਾਰਾਜ ਦੇ ਨਾਲ ਥੋੜੀ ਜੀ ਫੌਜ ਸੀ। ਹਨੇ ਤੁਰਕ ਦਿਖਰਾਏ ਹਾਥ, ਤੇ ਉਹਨਾਂ ਨੇ ਤੀਰਾਂ ਦੇ ਨਾਲ ਤੁਰਕਾਂ ਨੂੰ ਮਾਰਿਆ। ਸਿੱਖਾਂ ਨੇ ਵੀ ਕਮਾਲ ਕਰ ਦਿੱਤੀ। ਬਾਬਾ ਵਿਧੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਹੋਰ ਬੜੇ ਸੂਰਮੇ ਯੋਧੇ ਗੁਰੂ ਘਰ ਦੇ ਉਸ ਜੰਗ ਵਿੱਚ ਲੜੇ ਸਨ। ਸੰਗਰ ਮਹਿਜੋ ਦਾ ਅਰਕੋਰਾ, ਕਹਿੰਦੇ ਉਸ ਜੰਗ 'ਚ ਬੜੇ ਸੂਰਮੇ ਮਾਰੇ ਗਏ ਤੇ ਬਹੁਤੇ ਘੋੜੇ ਵੀ ਸ਼ਹੀਦੀਆਂ ਪਾ ਗਏ। ਮਾਰ ਕਰ ਕੋਟ ਭਇਓ ਚਹੂ ਔਰਾ, ਕਹਿੰਦੇ ਇੰਨੀਆਂ ਲਾਸ਼ਾਂ ਦੇ ਢੇਰ ਲੱਗੇ ਵੀ 78000 ਤੁਰਕ ਮਰਿਆ ਸੀਗਾ। ਉਹਨਾਂ ਦੇ ਘੋੜੇ
ਉਹਨਾਂ ਦੇ ਹਾਥੀ ਊਂਠ ਮਰ ਗਏ, ਗੱਡੇ ਰੇੜੇ। ਆਪਣੇ ਸਿੱਖਾਂ ਦੀਆਂ ਵੀ ਬੜੀਆਂ ਸ਼ਹੀਦੀਆਂ ਹੋਈਆਂ, ਸਿੱਖਾਂ ਦੇ ਵੀ ਘੋੜੇ ਜੰਗ 'ਚ ਮਾਰੇ ਗਏ। ਇੰਨੇ ਘੋੜੇ ਮਰੇ, ਇੰਨੇ ਬੰਦੇ ਮਰੇ, ਚਲਿਓ ਨਾ ਜਾਏ ਕਿ ਸੂਦਿਸ਼ ਮਾਹੀ। ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ, ਲਾਸ਼ਾਂ ਹੀ ਲਾਸ਼ਾਂ ਖਿਲਰ ਗਈਆਂ। ਕਿਤੇ ਤੁਰਿਆ ਨਹੀਂ ਸੀ ਜਾਂਦਾ। ਕਰਤਾਰਪੁਰ ਦੇ ਆਲੇ ਦੁਆਲੇ ਖੇਤਾਂ ਦੇ ਵਿੱਚ ਕਈ ਮੀਲਾਂ 'ਚ, ਇਹ ਨਹੀਂ ਵੀ ਨੇੜੇ ਤੇੜੇ, ਕਿਉਂਕਿ 78-80 ਹਜ਼ਾਰ ਫੌਜ ਇੱਕ ਥਾਂ ਤੇ ਨਹੀਂ ਆਉਂਦੀ, ਉਹ ਬੜੀ ਦੂਰ ਤੱਕ ਪਸਰੀ ਹੁੰਦੀ ਹੈ। ਇੰਨੀ ਫੌਜ 80 ਹਜ਼ਾਰ ਫੌਜ ਤੁਰਕਾਂ ਦੀ ਆਈ ਸੀ ਤੇ ਗੁਰੂ ਸਾਹਿਬ ਜੀ ਨਾਲ ਜੰਗ ਕਰਕੇ ਸਾਰੀ ਮਾਰੀ ਗਈ ਸੀ। ਰਾਤ ਨੂੰ ਜੰਗ ਕੀਤਾ ਸੀ ਉਹਨਾਂ ਨੇ, ਉਹ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਉਠਾਉਂਦੇ ਆਪ ਹੀ ਫਸ ਗਏ ਹਨੇਰੇ 'ਚ, ਆਪਸ 'ਚ ਹੀ ਲੜਨ ਲੱਗ ਪਏ। ਇਹੋ ਜਿਹੀ ਮਹਾਰਾਜ ਨੇ ਕਲਾ ਵਰਤਾਈ, ਇਹੋ ਜਿਹਾ ਭਾਣਾ ਵਰਤਾਇਆ ਵੀ ਆਪਸ 'ਚ ਹੀ ਲੜ ਕੇ ਮਰ ਗਏ। ਏਤਕ ਮ੍ਰਿਤਕ ਭਏ ਇਸ ਜਾਹੀ। ਇਸ ਜਗ੍ਹਾ ਤੇ ਬਹੁਤ ਤੁਰਕ ਮਾਰੇ ਗਏ ਸਨ, ਪਰ ਕੋ ਤਾਤੀ ਵਾਹ ਨਾ ਲਾਗੀ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨਗਰ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਕਰਤਾਰਪੁਰ ਸਾਹਿਬ ਦਾ ਵਾਲ ਨਹੀਂ ਵਿੰਗਾ ਹੋਣ ਦਿੱਤਾ। ਬਚੀ ਚਮੂ ਕੁਛ ਰਣ ਤਜ ਭਾਗੀ। ਤੁਰਕਾਂ ਦੀ ਜਿਹੜੀ ਮਾੜੀ ਮੋਟੀ ਫੌਜ ਬਚੀ ਸੀ, ਥੋੜੀ ਜਿਹੀ ਆਟੇ 'ਚ ਲੂਣ ਜਿੰਨੀ ਬਚੀ ਸੀ, ਉਹ ਜੰਗ ਛੱਡ ਕੇ ਭੱਜ ਗਈ ਸੀ। ਚੜੀ ਆਏ ਉਤਰਾਏ ਸੋ ਗਇਓ। ਤੇ ਜਿਹੜੇ ਬਚਨ ਗੁਰੂ ਅਰਜਨ ਦੇਵ ਜੀ ਨੇ ਕੀਤੇ ਸੀ ਵੀ ਚੜੀ ਆਵੇਗੀ ਤੇ ਉਤਰੀ ਜਾਵੇਗੀ, ਉਹ ਬਚਨ ਪੂਰੇ ਹੋਏ। 6ਵੇਂ ਪਾਤਸ਼ਾਹ ਦੇ ਸਮੇਂ ਤੁਰਕਾਂ ਦੀ ਫੌਜ ਚੜ੍ਹ ਕੇ ਤਾਂ ਬੜੇ ਜ਼ੋਰ ਨਾਲ ਆਈ ਸੀ ਵੀ ਗੁਰੂ ਸਾਹਿਬ ਨੂੰ ਜਿਉਂਦੇ ਫੜ ਕੇ ਲੈ ਜਾਣਾ। ਪੈਂਦੇ ਖਾਂ ਕਹਿੰਦਾ ਸੀ ਮੈਂ ਗੁਰੂ ਨੂੰ ਚੁੱਕ ਕੇ ਲਿਆਵਾਂਗਾ, ਹੱਥ ਕੜੀਆਂ ਬੇੜੀਆਂ 'ਚ ਬੰਨ੍ਹ ਕੇ ਤੇ ਬਾਦਸ਼ਾਹ ਦੇ ਕੋਲ ਪੇਸ਼ ਕਰਾਂਗਾ। ਪੈਂਦੇ ਖਾਂ ਆਪ ਚੀਰਿਆ ਗਿਆ ਸਤਿਗੁਰੂ ਦੇ ਖੰਡੇ ਨਾਲ, ਤੇ ਸਾਧ ਸੰਗਤ ਜੀ ਤੁਰਕ ਬੜੇ ਬੜੇ ਜਰਨੈਲ ਮਾਰੇ ਗਏ। 78,000 ਫੌਜ ਵਿੱਚੋਂ 150 ਬੰਦਾ ਹੀ ਮਸੀਂ ਬਚਿਆ ਸੀ, ਭੱਜ ਕੇ ਬਚਿਆ ਸੀ, ਸਾਰੇ ਮਾਰ ਦਿੱਤੇ ਖਾਲਸੇ ਨੇ। ਸ਼੍ਰੀ ਗੁਰਬਾਕ ਸੰਪੂਰਨ ਭਇਓ। ਮਹਾਰਾਜ 6ਵੇਂ ਪਾਤਸ਼ਾਹ ਦੇ ਸਮੇਂ ਗੁਰੂ ਅਰਜਨ ਦੇਵ 5ਵੇਂ ਪਾਤਸ਼ਾਹ ਦਾ ਬਚਨ ਪੂਰਾ ਹੋਇਆ ਵੀ ਜਿਹੜਾ ਚੜ੍ਹ ਕੇ ਆਵੇਗਾ ਉਤਰ ਕੇ ਜਾਵੇਗਾ, ਇਸ ਨਗਰ ਨੂੰ ਤੱਤੀ ਵਾਹ ਨਹੀਂ ਲੱਗੇਗੀ। ਸ਼੍ਰੀ ਅਰਜਨ ਕੋ ਸੁਨਹੁ ਪ੍ਰਸੰਗ। ਗੁਰੂ ਅਰਜਨ ਦੇਵ ਜੀ ਦੀ ਕਥਾ ਸੁਣਨ ਵਾਲੀ ਹੈ, ਪ੍ਰੇਮ ਨਾਲ ਸੁਣੀਏ। ਨਿਜ ਹਿਤ ਜਿਮ ਘਰ ਕਰੇ ਉਤੰਗ। ਉਹਨਾਂ ਨੇ ਆਪਣੇ ਵਾਸਤੇ ਇਹ ਸੋਹਣੇ ਘਰ ਵੀ ਇੱਥੇ ਬਣਾਏ, ਮਹਿਲ ਬਣਾਏ, ਜਿਨ੍ਹਾਂ ਨੂੰ ਗੁਰੂ ਕੇ ਮਹਿਲ ਕਹਿੰਦੇ। ਹੁਣ ਸਾਧ ਸੰਗਤ ਜੀ, ਉਹਨਾਂ ਮਹਿਲਾਂ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਸਰੂਪ ਜਿਹੜਾ ਹੈ ਕਰਤਾਰਪੁਰੀ ਬੀੜ ਉੱਥੇ ਬਿਰਾਜਮਾਨ ਦੱਸੀ ਜਾਂਦੀ ਹੈ। ਬਾਬਾ ਧੀਰਮਲ ਜੀ ਦਾ ਪਰਿਵਾਰ ਉੱਥੇ ਰਹਿੰਦਾ ਹੈ। ਸੋਢੀ ਸਾਹਿਬਜ਼ਾਦੇ ਬਾਬਾ ਧੀਰਮਲ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਪੋਤਰੇ ਸਨ। ਉਹਨਾਂ ਦੇ ਅੱਗੋਂ ਫਿਰ ਉਹਨਾਂ ਦੀ ਅੰਸ਼ ਬੰਸ ਚੱਲੀ ਆਉਂਦੀ ਹੈ, ਉਹ ਉੱਥੇ ਰਹਿੰਦੇ ਹਨ। ਸੋ ਉਹ ਮਹਿਲਾਂ ਦੀ ਕਥਾ ਵੀ ਸਿੱਖ ਦੱਸਣਗੇ। ਗੁਰੂ ਸਾਹਿਬ ਜੀ ਸਰਵਣ ਕਰ ਰਹੇ ਨੇ 7ਵੇਂ ਪਾਤਸ਼ਾਹ ਜੀ ਮਹਾਰਾਜ। ਅੱਗੇ ਆਪਾਂ ਹੋਰ ਪ੍ਰਸੰਗ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪ